हाँ जी बच्चे, आप नैक्सट चैप्टर स्टार्ट कर रहे हैं। ठीक है, ये हैगा एनालिसिस ऑफ टाइम सीरीज़। ठीक है, ਇਹਦੇ ਵਿੱਚ ਸੌਖਾ है चैप्टर। ठीक है, थ्रैटिकल पॉइंट ऑफ व्यू तो भी इंपॉर्टेंट है। चांसिस है कि ਇਹਦੇ ਚੋਂ थ्योरी वाला लॉन्ग क्वेश्चन बन सकता है। ठीक है, बाकी ਜਿਹੜੇ ਦੋ ਚੈਪਟਰ ਆਪਾਂ ਕੀਤੇ ਨੇ ਉਹ 'ਚ ਚਾਂਸਿਸ ਕਾਹਦੇ ਆ ਵੀ ਨੂਮੈਰੀਕਲ ਦਾ ਲੌਂਗ ਆਊਗਾ। ਠੀਕ ਹੈ, ਪਰ ਇਹਦੇ 'ਚ ਇਹ ਚਾਂਸ ਬਣਦੇ ਆ ਕਿ ਸ਼ਾਇਦ ਥਿਊਰੀ ਦਾ ਲੌਂਗ ਆ ਜਾਵੇ। ਠੀਕ ਹੈ, ਸੋ ਐਨਾਲਿਸਿਸ ਆਫ ਟਾਈਮ ਸੀਰੀਜ਼ ਦੇਖਦੇ ਹਾਂ ਅਜੇ। ਇਹਦੇ ਵਿੱਚ ਕੀ ਹੈ ਕਿ ਜਿਹੜਾ ਡਾਟਾ ਸੈੱਟ ਹੁੰਦਾ ਜਾਂ ਆਪਣੇ ਕੋਲ ਡਾਟਾ ਗਿਵਨ ਹੁੰਦਾ, ਠੀਕ ਹੈ, ਉਹਨੂੰ ਕਿਹਦੇ ਬੇਸ 'ਤੇ ਕੰਪੇਅਰ ਕੀਤਾ ਜਾਂਦਾ? ਟਾਈਮ ਦੇ ਬੇਸ 'ਤੇ। ਠੀਕ ਹੈ, ਕਿ ਉਹ ਚੀਜ਼ ਕਦੋਂ ਹੋਈ ਸੀ। ਠੀਕ ਹੈ, ਦੇਖੋ ਲਾਈਨ ਅੰਡਰਲਾਈਨ ਕੀਤੀ ਨਾ, ਸਟੈਟਿਸਟੀਕਲ ਡਾਟਾ ਇਨ ਅਕੋਰਡੈਂਸ ਵਿਦ ਇਟਸ ਟਾਈਮ ਆਫ ਅਕਰੈਂਸ। ਕਿ ਜਿਹੜਾ ਡਾਟਾ ਕਲੈਕਟ ਕੀਤਾ ਹੈ, ਠੀਕ ਹੈ, ਉਹ ਕਿਹਦੇ ਬੇਸ 'ਤੇ ਹੈ ਕਿ ਉਹ ਕਦੋਂ ਹੋਇਆ ਸੀ। ਠੀਕ ਹੈ, ਹੁਣ ਇਹ ਰਾਜੇ ਈਅਰਲੀ ਬੇਸ 'ਤੇ ਵੀ ਹੋ ਸਕਦੀ ਹੈ। ਠੀਕ ਹੈ, ਮੰਥਲੀ ਬੇਸਿਸ 'ਤੇ, ਕੁਆਟਰਲੀ, ਵੀਕਲੀ, ਡੇਲੀ, ਈਵਨ ਆਰ ਬੇਸਿਸ 'ਤੇ ਵੀ ਹੋ ਸਕਦੀ ਹੈ। ਠੀਕ ਹੈ, ਜਿਹੜੀ ਟਾਈਮ ਸੀਰੀਜ਼ ਦੀ ਐਨਾਲਿਸਿਸ ਹੁੰਦੀ ਹੈ, ਜਾਂ ਮਤਲਬ ਡਾਟਾ ਨੂੰ ਤੁਸੀਂ ਇਹ ਦੇਖਣਾ ਵੀ ਉਹ ਕੀ ਕਹਿ ਰਿਹਾ ਅਤੇ ਕਿਹਦੇ ਕੰਟੈਕਸਟ ਵਿੱਚ? ਟਾਈਮ ਦੇ ਕੰਟੈਕਸਟ ਵਿੱਚ। ਠੀਕ ਹੈ, ਇਹ ਮੇਜਰਲੀ ਇੰਪੋਰਟੈਂਟ ਹੁੰਦਾ ਰਾਜੇ ਇਕਨੋਮੀ ਨੂੰ ਸਟੱਡੀ ਕਰਨ ਲਈ। ਠੀਕ ਹੈ, ਬਿਜ਼ਨਸ ਨੂੰ ਸਟੱਡੀ ਕਰਨ ਲਈ। ਬਿਜ਼ਨਸ ਵਿੱਚ ਜਿਹੜੇ ਮੇਨ ਪਾਰਟਸ ਹੁੰਦੇ ਨੇ, ਪ੍ਰੋਡਕਸ਼ਨ, ਪ੍ਰਾਈਸ, ਕੋਸਟ, ਪ੍ਰੋਫਿਟ, ਸੇਲ। ਠੀਕ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਨ ਲਈ ਟਾਈਮ ਸੀਰੀਜ਼ ਐਨਾਲਿਸਿਸ ਦਾ ਯੂਜ਼ ਕੀਤਾ ਜਾਂਦਾ। ਇਹਦਾ ਜਿਹੜਾ ਫੰਕਸ਼ਨਲ ਰਿਲੇਸ਼ਨਸ਼ਿਪ ਹੈ, ਠੀਕ ਹੈ, ਉਹਨੂੰ ਆਪਾਂ ਕਿਵੇਂ ਐਕਸਪ੍ਰੈਸ ਕਰਦੇ ਹਾਂ? ਵਾਈ। ਠੀਕ ਹੈ, ਵਾਈ ਕੀ ਹੈ ਇੱਥੇ? ਇੱਕ ਵੈਲਿਊ ਹੈ। ਠੀਕ ਹੈ, ਜਿਹਨੂੰ ਐਕਸਪ੍ਰੈਸ ਕਰਦੇ ਆਪਾਂ ਫੰਕਸ਼ਨ ਆਫ ਟਾਈਮ 'ਚ। ਠੀਕ ਹੈ, ਐਫ ਬ੍ਰੈਕਟ 'ਚ ਟੀ, ਇਹਨੂੰ ਕੀ ਕਿਹਾ ਜਾਂਦਾ? ਫੰਕਸ਼ਨ ਆਫ ਟਾਈਮ। ਠੀਕ ਹੈ, ਸੋ ਜਿਹੜੀ ਵਾਈ ਉਹਨੂੰ ਕਿਹਦੇ 'ਚ ਐਕਸਪ੍ਰੈਸ ਕਰਾਂਗੇ? ਫੰਕਸ਼ਨ ਆਫ ਟਾਈਮ। ਵਾਈ ਕੀ ਹੈ ਇੱਥੇ? ਇੱਕ ਤਰ੍ਹਾਂ ਦਾ ਵੇਰੀਏਬਲ ਹੈ। ਠੀਕ ਹੈ, ਜਿਹੜਾ ਡਿਪੈਂਡ ਕਰਦਾ ਕਿਹਦੇ 'ਤੇ? ਟਾਈਮ 'ਤੇ। ਠੀਕ ਹੈ, ਜਿਵੇਂ ਤੁਸੀਂ +1 +2 'ਚ ਜੇ ਰੇਸ਼ੋਜ਼ ਕੀਤੀਆਂ ਹੋਣਗੀਆਂ ਹੈ ਨਾ, ਤਾਂ ਰੇਸ਼ੋਜ਼ ਜਿਹੜੀਆਂ ਹੁੰਦੀਆਂ ਸੀ ਉਹਦੇ 'ਚ ਆਪਾਂ ਕੀ ਕੰਪੇਅਰ ਕਰਦੇ ਸੀ? ਕੀ ਫਾਈਂਡ ਆਊਟ ਕਰਦੇ ਸੀ ਪਹਿਲਾਂ? ਕਿ ਕੰਪਨੀ ਦੀ ਕਰੰਟ ਐਸੈਟਸ ਕਿੰਨੀਆਂ ਨੇ। ਠੀਕ ਹੈ, ਕੰਪਨੀ ਦੇ ਪ੍ਰੋਫਿਟਸ ਕਿੰਨੇ ਨੇ। ਠੀਕ ਹੈ, ਫਿਰ ਉਹ ਜਿਹੜੀਆਂ ਕਰੰਟ ਈਅਰ ਦੀਆਂ ਰੇਸ਼ੋਜ਼ ਹੁੰਦੀਆਂ ਸੀ ਉਹਨੂੰ ਕੰਪੇਅਰ ਕਰਦੇ ਸੀਗੇ ਲਾਸਟ ਈਅਰ ਦੀਆਂ ਰੇਸ਼ੋਜ਼ ਨਾਲ, ਹੈ ਨਾ। ਤਾਂ ਉਹ ਵੀ ਇੱਕ ਤਰ੍ਹਾਂ ਦਾ ਕੀ ਸੀਗਾ? ਟਾਈਮ ਸੀਰੀਜ਼ ਹੀ ਸੀਗਾ ਕਿ ਪਿਛਲੇ ਸਾਲ ਕਰੰਟ ਐਸੈਟਸ ਕਰੰਟ ਲਾਇਬਿਲਿਟੀਜ਼ ਦੀ ਰੇਸ਼ੋ ਕਿੰਨੀ ਸੀ, ਇਸ ਸਾਲ ਕਰੰਟ ਐਸੈਟਸ ਐਂਡ ਕਰੰਟ ਲਾਇਬਿਲਿਟੀਜ਼ ਦੀ ਰੇਸ਼ੋ ਕੀ ਹੈ। ਠੀਕ ਹੈ, ਕੰਪੈਰੀਜ਼ਨ ਕਰ ਰਹੇ ਨਾ ਟਾਈਮ ਦੇ ਬੇਸ 'ਤੇ। ਠੀਕ ਹੈ, ਉਹਨੂੰ ਆਪਾਂ ਕਿਹਦਾ ਨਾਮ ਦੇ ਸਕਦੇ ਹਾਂ? ਟਾਈਮ ਸੀਰੀਜ਼ ਐਨਾਲਿਸਿਸ ਦਾ। ਠੀਕ ਹੈ, ਟਾਈਮ ਸੀਰੀਜ਼ ਰਾਜੇ ਜਰਨਲੀ ਸਟੱਡੀ ਕੀਤਾ ਜਾਂਦਾ ਹੈ ਗ੍ਰਾਫ 'ਤੇ ਡਰੋ ਕਰਕੇ। ਠੀਕ ਹੈ, ਵਿਦ ਦ ਹੈਲਪ ਆਫ ਡਾਇਗ੍ਰਾਮ। ਇਹਦੇ ਵਿੱਚ ਮੇਨ ਜ਼ਿਆਦਾਤਰ ਜਿਹੜੀ ਐਕਸ ਐਕਸਿਸ ਹੁੰਦੀ ਹੈ, ਠੀਕ ਹੈ, ਉਹਦੇ 'ਤੇ ਆਪਾਂ ਕੀ ਲੈਂਦੇ ਹਾਂ? ਟਾਈਮ। ਠੀਕ ਹੈ, ਫਿਰ ਭਾਵੇਂ ਆਪਾਂ ਈਅਰ ਬੇਸਿਸ 'ਤੇ ਕੈਲਕੂਲੇਟ ਕਰ ਰਹੇ ਹਾਂ ਜਾਂ ਮੰਥਲੀ ਬੇਸ 'ਤੇ। ਅਤੇ ਜਿਹੜੀ ਵਾਈ ਐਕਸਿਸ ਹੁੰਦੀ ਹੈ ਉਹਦੇ 'ਤੇ ਆਪਾਂ ਲੈਂਦੇ ਹਾਂ ਵੇਰੀਏਬਲ ਆਫ ਮੇਜਰਮੈਂਟ। ਠੀਕ ਹੈ, ਜਿਵੇਂ ਆਪਾਂ ਇੱਕ ਕੰਪਨੀ ਹੈ ਸਪੋਜ਼ ABC ਲਿਮਿਟਡ। ਠੀਕ ਹੈ, ਉਹਦਾ ਪਿਛਲੇ 5 ਸਾਲਾਂ 'ਚ ਸੇਲ ਕਿੰਨੀ ਰਹੀ ਹੈ। ਠੀਕ ਹੈ, ਉਹਨੂੰ ਕੰਪੇਅਰ ਕਰਨਾ। ਸੋ ਆਪਾਂ ਪਿਛਲੇ 5 ਸਾਲ ਨੇ ਜਿਹੜੇ ਉਹਨਾਂ ਨੂੰ ਕਿੱਥੇ ਲਿਖਾਂਗੇ? ਐਕਸ ਐਕਸਿਸ 'ਤੇ। ਠੀਕ ਹੈ, ਅਤੇ ਜਿਹੜੀਆਂ ਸੇਲਸ ਨੇ ਉਹਨੂੰ ਕਿਹਦੇ 'ਤੇ ਮੈਂਸ਼ਨ ਕਰਾਂਗੇ? ਵਾਈ ਐਕਸਿਸ 'ਤੇ। ਅਤੇ ਵੈਲਿਊ ਪਲੋਟ ਕਰਕੇ ਆਪਾਂ ਇੱਕ ਲਾਈਨ ਡਰੋ ਕਰ ਲਾਂਗੇ ਅਤੇ ਆਪਾਂ ਇਹ ਦੇਖਾਂਗੇ ਕਿ ਜਿਹੜੀ ਸੇਲ ਹੈ ਉਹਦਾ ਟਰੈਂਡ ਕੀ ਰਿਹਾ। ਠੀਕ ਹੈ, ਉਹ ਓਵਰ ਦਾ ਟਾਈਮ ਇਨਕਰੀਜ਼ ਕੀਤੀ ਹੈ ਕਿ ਡਿਕਰੀਜ਼ ਕੀਤੀ ਹੈ ਜਾਂ ਕੌਨਸਟੈਂਟ ਰਹੀ ਹੈ। ਠੀਕ ਹੈ, ਪਲੱਸ ਰਾਜੇ ਤੁਸੀਂ ਇੱਕ ਵਿੱਚ ਵਰਡ ਯੂਜ਼ ਕਰੋਗੇ ਕ੍ਰੋਨੋਲੋਜੀਕਲੀ। ਕ੍ਰੋਨੋਲੋਜੀਕਲੀ ਜੇ ਵਰਡ ਤੁਸੀਂ ਨਹੀਂ ਸੁਣਿਆ ਪਹਿਲਾਂ, ਤਾਂ ਇਹਦਾ ਮਤਲਬ ਹੁੰਦਾ ਹੈ ਕਿ ਡੇਟ ਵਾਈਜ਼ ਕਿਸੇ ਚੀਜ਼ ਨੂੰ ਮੈਂਸ਼ਨ ਕਰਨਾ। ਠੀਕ ਹੈ, ਜਾਂ ਫਿਰ ਉਸ ਹਿਸਾਬ ਨਾਲ ਕਿ ਜਦੋਂ ਉਹ ਚੀਜ਼ ਹੋਈ ਸੀ। ਠੀਕ ਹੈ, ਜਿਹੜੀ ਚੀਜ਼ ਪਹਿਲਾਂ ਹੋਈ ਉਹਨੂੰ ਪਹਿਲਾਂ ਮੈਂਸ਼ਨ ਕਰੋ, ਦੈਨ ਜਿਹੜੀ ਚੀਜ਼ ਦੂਜੇ ਨੰਬਰ 'ਤੇ ਉਹਨੂੰ ਦੂਜੇ ਚੀਜ਼ ਨੇ ਜਗ੍ਹਾ 'ਤੇ ਮੈਂਸ਼ਨ ਕਰੋ। ਠੀਕ ਹੈ, ਵਰਡ ਤੁਸੀਂ ਦੇਖ ਰਹੇ ਹੋ ਨਾ ਕ੍ਰੋਨੋਲੋਜੀਕਲੀ। ਠੀਕ ਹੈ, ਇਹਦਾ ਇਹੀ ਮਤਲਬ ਹੁੰਦਾ ਕਿ ਡੇਟ ਵਾਈਜ਼ ਜਾਂ ਸੀਰੀਜ਼ ਵਾਈਜ਼ ਕਿਸੇ ਚੀਜ਼ ਨੂੰ ਅਰੇਂਜ ਕਰਨਾ। ਠੀਕ ਹੈ, ਜਿਵੇਂ ਆਪਣਾ ਜਿਹੜਾ ਕੈਲੰਡਰ ਹੁੰਦਾ ਉਹ ਕ੍ਰੋਨੋਲੋਜੀਕਲੀ ਹੁੰਦਾ। ਠੀਕ ਹੈ, ਪਹਿਲਾਂ ਜਨਵਰੀ ਆਉਂਦਾ, ਫਿਰ ਫਰਵਰੀ, ਫਿਰ ਮਾਰਚ, ਫਿਰ ਅਪ੍ਰੈਲ। ਉਹਦੇ ਵਿੱਚ ਵੀ ਕੀ ਹੈ, ਹਰ ਮੰਥ ਵਿੱਚ 1st 2nd 3rd 4th ਡੇਟ ਇੱਦਾਂ ਲਾਈਨ ਵਾਈਜ਼ ਆਉਂਦੀ ਹੈ। ਠੀਕ ਹੈ, ਸੋ ਸਮਝ ਗਏ ਨਾ ਮੋਟਾ ਮੋਟਾ ਟਾਈਮ ਸੀਰੀਜ਼ ਐਨਾਲਿਸਿਸ 'ਚ ਕੀ ਹੈ। ਠੀਕ ਹੈ, ਟਾਈਮ ਦੇ ਬੇਸ 'ਤੇ ਡਾਟਾ ਸਟੱਡੀ ਕਰਨਾ। ਠੀਕ ਹੈ, ਟਾਈਮ ਦੇ ਬੇਸ 'ਤੇ ਜਿਹੜਾ ਡਾਟਾ ਸਟੱਡੀ ਕਰਨਾ ਉਹ ਕਿਹਦੇ ਲਈ ਜ਼ਿਆਦਾ ਹੈਲਪਫੁਲ ਹੁੰਦਾ? ਕਮਰਸ, ਇਕਨੋਮਿਕਸ। ਠੀਕ ਹੈ, ਬਿਜ਼ਨਸ। ਠੀਕ ਹੈ, ਉਹਦੇ ਵਿੱਚ ਮੇਨ ਸੈਂਟਰਸ ਕਿਹੜੇ ਹੁੰਦੇ ਨੇ?
ਪ੍ਰਾਈਸ, ਪ੍ਰੋਡਕਸ਼ਨ ਕੌਸਟ, ਪ੍ਰੋਫਿਟ, ਸੇਲ, ਠੀਕ ਹੈ। ਮੇਜਰਲੀ ਕਿਹਦੀ ਹੈਲਪ ਨਾਲ ਕੈਲਕੂਲੇਟ ਕਰ ਸਕਦੇ ਆਪਾਂ, ਗ੍ਰਾਫ ਜਾਂ ਡਾਇਗਰਾਮ ਦੀ, ਠੀਕ ਹੈ। ਅਤੇ ਇਹਦਾ ਜਿਹੜਾ ਫੰਕਸ਼ਨ ਹੈ ਉਹ ਤੁਸੀਂ ਲਿਖ ਸਕਦੇ ਹੋ y ਇਜ਼ ਇਕੁਅਲ ਟੂ ਫੰਕਸ਼ਨ ਆਫ ਟਾਈਮ, ਠੀਕ ਹੈ। ਪਲੱਸ ਰਾਜੇ ਇਹਦੀ ਤੁਸੀਂ ਇੱਕ ਡੈਫੀਨੇਸ਼ਨ ਵੀ ਯਾਦ ਕਰ ਲਿਓ, ਜਿਹੜੀ ਫਸਟ ਡੈਫੀਨੇਸ਼ਨ ਦਿੱਤੀ ਹੋਈ ਹੈ ਕ੍ਰੌਕਸਟਨ ਐਂਡ ਕੋਵਡਨ ਨੇ, ਠੀਕ ਹੈ। ਉਸ ਛੋਟੀ ਹੈ ਹੀ ਯਾਦ ਕਰ ਲਿਓ ਕਿ ਟਾਈਮ ਸੀਰੀਜ਼ ਕੰਸਿਸਟ ਆਫ ਡਾਟਾ ਅਰੇਂਜਡ ਕ੍ਰੋਨੋਲੋਜੀਕਲੀ, ਠੀਕ ਹੈ। ਚਲੋ ਇਹ ਸੀਗਾ ਰਾਜੇ ਕੁਛ ਬੇਸਿਕ ਜੀ ਇੰਟਰੋਡਕਸ਼ਨ, ਠੀਕ ਹੈ। ਹੁਣ ਆਪਾਂ ਇਹਦੇ ਕਰਦੇ ਹਾਂ ਬੇਸਿਕ ਰਿਕੁਆਇਰਮੈਂਟ ਜਾਂ ਫੰਡਾਮੈਂਟਲ ਆਫ ਟਾਈਮ ਸੀਰੀਜ਼, ਕਿ ਜੇ ਕਿਸੇ ਡਾਟਾ ਨੂੰ ਆਪਾਂ ਅਨੈਲਿਸਿਸ ਕਰਨਾ ਹੈ, ਠੀਕ ਹੈ, ਕਿਹਦੇ ਬੇਸ 'ਤੇ, ਟਾਈਮ ਬੇਸਿਸ 'ਤੇ, ਉਹਦੇ ਵਿੱਚ ਕੀ ਕੀ ਹੋਣਾ ਚਾਹੀਦਾ, ਠੀਕ ਹੈ। ਪਹਿਲਾ ਪੁਆਇੰਟ ਦੇਖੋ ਰਾਜੇ, ਹੋਮੋਜੀਨਿਟੀ ਆਫ ਡਾਟਾ। ਹੋਮੋਜੀਨਿਟੀ ਆਫ ਡਾਟਾ ਹੁੰਦਾ ਰਾਜੇ ਕਿ ਜਿਹੜਾ ਡਾਟਾ ਇੱਕੋ ਜਿਹਾ ਹੋਵੇ, ਠੀਕ ਹੈ, ਉਹ ਕਿਸੇ ਇੱਕ ਚੀਜ਼ ਨਾਲ ਰਿਲੇਟਡ ਕਰਦਾ ਹੋਵੇ, ਕਿ ਜਿਵੇਂ ਆਪਾਂ ਐਗਜ਼ਾਮਪਲ ਲਿੱਤੀ ਸੀ ਕਿ ABC ਲਿਮਿਟਿਡ ਕੰਪਨੀ ਦੇ ਪਿਛਲੇ 5 ਸਾਲ ਦੇ ਸੇਲਸ ਕੰਪੇਅਰ ਕਰਨੀ ਹੈ, ਠੀਕ ਹੈ। ਸੋ ਹੋਮੋਜੀਨਿਟੀ ਆਫ ਡਾਟਾ ਕੀ ਹੋਏਗੀ, ਇੱਕ ਤਾਂ ਸੇਲਸ ਲੈਣੀ ਆ ਪਿਛਲੇ 5 ਸਾਲਾਂ ਦੀਆਂ, ਠੀਕ ਹੈ, ਜਾਂ ਤਾਂ ਤੁਸੀਂ ਗਰੋਸ ਸੇਲ ਲੈ ਸਕਦੇ ਹੋ ਜਾਂ ਨੈੱਟ ਸੇਲ ਲੈ ਸਕਦੇ ਹੋ, ਠੀਕ ਹੈ। ਐ ਨਹੀਂ ਗਾ ਵੀ ਪਹਿਲੇ 3 ਸਾਲਾਂ ਦੀ ਤੁਸੀਂ ਗਰੋਸ ਸੇਲ ਲੈ ਲਈ, ਅਗਲੇ 2 ਸਾਲਾਂ ਦੀ ਨੈੱਟ ਸੇਲ ਲੈ ਲਈ। ਗਰੋਸ ਸੇਲ ਅਤੇ ਨੈੱਟ ਸੇਲ ਤਾਂ ਪਤਾ ਨਾ, ਸੇਲਸ ਟੋਟਲ ਸੇਲਸ ਕਿਹੜੀਆਂ ਹੁੰਦੀਆਂ ਨੇ, ਗਰੋਸ ਸੇਲ, ਠੀਕ ਹੈ। ਸੇਲਸ 'ਚ ਜਦੋਂ ਆਪਾਂ ਸੇਲਸ ਰਿਟਰਨ ਮਾਈਨਸ ਕਰ ਦਿੰਦੇ ਹਾਂ ਤਾਂ ਉਹ ਕੀ ਬਣ ਜਾਂਦੀ, ਨੈੱਟ ਸੇਲ। ਖੈਰ, ਹੋਮੋਜੀਨਿਟੀ ਆਫ ਡਾਟਾ ਮਤਲਬ ਡਾਟਾ ਇੱਕੋ ਜਿਹਾ ਹੋਣਾ ਚਾਹੀਦਾ ਹੈ, ਠੀਕ ਹੈ। ਕਿ ਜੇ ਤੁਸੀਂ ਸੇਲਸ ਲੈ ਰਹੇ ਹੋ ਤਾਂ ਇੱਕ ਸੇਮ ਤਰ੍ਹਾਂ ਦੀ ਸੇਲਸ ਲੈਣੀ ਹੈ, ਠੀਕ ਹੈ। ਜੇ ਤੁਸੀਂ ਹੁਣ ਸਪੋਜ਼ ਕਰੋ ਪ੍ਰੋਫਿਟ ਲੈਣਾ ਕਿਸੇ ਕੰਪਨੀ ਦਾ, ਤੁਸੀਂ ਪਿਛਲੇ 5 ਸਾਲਾਂ ਦਾ ਪ੍ਰੋਫਿਟ ਕੰਪੇਅਰ ਕਰਨਾ ਹੈ, ਠੀਕ ਹੈ, ਉਹਦਾ ਅਨੈਲਿਸਿਸ ਕਰਨਾ ਟਾਈਮ ਦੇ ਬੇਸ 'ਤੇ, ਤਾਂ ਤੁਸੀਂ ਪ੍ਰੋਫਿਟ ਕਿਹੜਾ ਲਓਗੇ, ਠੀਕ ਹੈ। ਹੁਣ ਪ੍ਰੋਫਿਟ ਨੈੱਟ ਪ੍ਰੋਫਿਟ ਵੀ ਹੁੰਦਾ ਹੈ, ਗਰੋਸ ਪ੍ਰੋਫਿਟ ਵੀ ਹੁੰਦਾ, ਆਪਰੇਟਿੰਗ ਪ੍ਰੋਫਿਟ ਵੀ ਹੁੰਦਾ, ਠੀਕ ਹੈ। ਜਿਹੜਾ ਪ੍ਰੋਫਿਟ ਐਜ਼ ਅ ਡਿਵੀਡੈਂਟ ਆਪਾਂ ਡਿਸਟਰੀਬਿਊਟ ਕਰਦੇ ਹਾਂ ਜਾਂ ਰਿਟੇਨਡ ਪ੍ਰੋਫਿਟ ਹੈ, ਠੀਕ ਹੈ, ਕਿਹੜਾ ਪ੍ਰੋਫਿਟ ਕੰਪੇਅਰ ਕਰਨਾ। ਸੋ ਕੋਈ ਇੱਕ ਤਰ੍ਹਾਂ ਦਾ ਪ੍ਰੋਫਿਟ ਡਿਸਾਈਡ ਹੋ ਜਾਊਗਾ ਇਨ ਐਡਵਾਂਸ 'ਚ, ਠੀਕ ਹੈ। ਫਿਰ ਉਹੀ ਸਾਰੇ ਈਅਰਸ ਦਾ ਉਹ ਵਾਲਾ ਪ੍ਰੋਫਿਟ ਹੀ ਸਾਰੇ ਈਅਰਸ ਦਾ ਕੰਪੇਅਰ ਕੀਤਾ ਜਾਏਗਾ, ਠੀਕ ਹੈ। ਮਤਲਬ ਸੇਮ ਚੀਜ਼ ਤੁਸੀਂ ਲੈਣੀ ਹੈ ਡਾਟਾ ਵਿੱਚ, ਐ ਨਹੀਂ ਗਾ ਕਿ ਪਹਿਲੇ ਸਾਲ ਨੈੱਟ ਪ੍ਰੋਫਿਟ ਲੈ ਲਿਆ, ਦੂਜੇ 'ਚ ਗਰੋਸ ਲੈ ਲਓ, ਤੀਜੇ 'ਚ ਆਪਰੇਟਿੰਗ ਪ੍ਰੋਫਿਟ ਲੈ ਲਓ, ਠੀਕ ਹੈ, ਉਹ ਚੀਜ਼ ਨਹੀਂ ਹੈਗੀ, ਠੀਕ ਹੈ। ਇਹਦੀ ਆਪੋਜ਼ਿਟ ਕੀ ਹੁੰਦਾ ਹੋਮੋਜੈਨਿਟੀ ਦਾ, ਹੀਟਰੋਜੈਨਿਟੀ, ਠੀਕ ਹੈ। ਹੀਟਰੋਜੈਨਿਟੀ ਮਤਲਬ ਜਿਹਦੇ ਵਿੱਚ ਚੇਂਜਿਸ ਹੋਣ, ਜਿਹੜੀਆਂ ਸੇਮ ਨਾ ਹੋਣ, ਠੀਕ ਹੈ। ਨੈਕਸਟ ਦੇਖੋ ਰਾਜੇ, ਲੌਂਗ ਪੀਰੀਅਡ। ਨੋਰਮਲੀ ਜਿਹੜੀ ਟਾਈਮ ਸੀਰੀਜ਼ ਹੁੰਦੀ ਹੈ ਉਹ ਲੌਂਗ ਪੀਰੀਅਡ ਦੀ ਹੁੰਦੀ ਹੈ, ਠੀਕ ਹੈ। ਮਤਲਬ ਇੰਨਾ ਕੁ ਡਾਟਾ ਅਵੇਲੇਬਲ ਹੋਵੇ ਕਿ ਆਪਾਂ ਕੰਪੈਰੀਜ਼ਨ ਕਰਕੇ ਕੁਛ ਕਨਕਲੂਜਨ ਡਰਾ ਕਰ ਸਕੀਏ, ਠੀਕ ਹੈ। ਹੁਣ ਜਿਵੇਂ ਇੱਕ ਈਅਰ ਦੇ ਪ੍ਰੋਫਿਟ ਨੂੰ ਦੇਖ ਕੇ ਤਾਂ ਆਪਾਂ ਨਹੀਂ ਨਾ ਕਹਿ ਸਕਦੇ ਕਿ ਕੰਪਨੀ ਪ੍ਰੋਗਰੈਸ ਕਰ ਰਹੀ ਹੈ ਕਿ ਨਹੀਂ ਕਰ ਰਹੀ, ਹੈ ਨਾ। ਉਹਦੇ ਲਈ ਐਟਲੀਸਟ ਆਪਾਂ ਨੂੰ 2-3 ਸਾਲਾਂ ਦਾ ਪ੍ਰੋਫਿਟ ਦੇਖਣਾ ਪਏਗਾ ਕਿ ਹਾਂ ਓਵਰ ਦਾ ਟਾਈਮ ਕੰਪਨੀ ਦੇ ਪ੍ਰੋਫਿਟਸ ਇਨਕਰੀਜ਼ ਹੋਏ ਨੇ ਕਿ ਨਹੀਂ, ਠੀਕ ਹੈ। ਨੈਕਸਟ ਦੇਖੋ ਰਾਜੇ, ਟਾਈਮ ਗੈਪਸ। ਟਾਈਮ ਗੈਪਸ ਰਾਜੇ ਹੁੰਦਾ ਹੈ ਇੰਟਰਵਲਸ ਹੁੰਦੇ ਨੇ, ਇੱਕ ਇੰਟਰਵਲਸ ਜੇ ਤੁਹਾਨੂੰ ਪਤਾ ਹੋਵੇ, ਜਿਵੇਂ ਬ੍ਰੇਕ ਕਹਿ ਦਿੰਦੇ ਆਪਾਂ, ਠੀਕ ਹੈ, ਕਿ ਉਹ ਚੀਜ਼ ਜਿਹੜੀ ਆ ਸੇਮ ਹੋਣੀ ਚਾਹੀਦੀ ਹੈ। ਜਿਵੇਂ ਸਾਲ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ, ਇੱਕ ਸਾਲ ਇੱਕ ਆਪਾਂ ਨੈੱਟ ਪ੍ਰੋਫਿਟ ਸਪੋਜ਼ ਕਰੋ ਕਰਨੇ ਨੇ, ਕੰਪੈਰੀਜ਼ਨ ਕਰਨਾ, ਠੀਕ ਹੈ। ਤਾਂ ਜਿਹੜਾ ਨੈੱਟ ਪ੍ਰੋਫਿਟ 2020 ਦਾ ਆਇਆ, ਠੀਕ ਹੈ, ਸਪੋਜ਼ ਮਾਰਚ 20 ਦਾ ਆਇਆ, ਠੀਕ ਹੈ, ਉਹਨੂੰ ਆਪਾਂ ਕੰਪੇਅਰ ਕਰਾਂਗੇ ਕਿਹਦੇ ਨਾਲ, ਮਾਰਚ 19 ਦੇ ਨੈੱਟ ਪ੍ਰੋਫਿਟ ਨਾਲ, ਦੈਨ ਮਾਰਚ 18 ਦੇ ਪ੍ਰੋਫਿਟ ਨਾਲ, ਦੈਨ ਮਾਰਚ 17, ਦੈਨ ਮਾਰਚ 16, ਠੀਕ ਹੈ। ਹੁਣ ਇਹਨਾਂ ਵਿੱਚ ਜਿਹੜਾ ਟਾਈਮ ਗੈਪ ਹੈ, ਠੀਕ ਹੈ, ਉਹ ਕਿੰਨਾ ਹੈ, 12 ਮੰਥਸ ਦਾ, ਠੀਕ ਹੈ, ਫਿਕਸ ਹੈ ਨਾ, ਅਪ੍ਰੈਲ ਤੋਂ ਲੈ ਕੇ ਮਾਰਚ ਤੱਕ। ਸੋ ਇਹ ਚੀਜ਼ ਕੀ ਹੁੰਦੀ ਹੈ, ਟਾਈਮ ਗੈਪ। ਸੋ ਜਦੋਂ ਆਪਾਂ ਟਾਈਮ ਸੀਰੀਜ਼ ਅਨੈਲਿਸਿਸ ਕਰਨਾ ਹੈ ਤਾਂ ਜਿਹੜਾ ਡਾਟਾ ਲੈਣਾ, ਜੇ ਉਹਦੇ ਵਿੱਚ ਇੰਟਰਵਲਸ ਆਉਂਦੇ ਹੈ, ਠੀਕ ਹੈ, ਜਿਹੜਾ ਗੈਪ ਆਉਂਦਾ ਉਹ ਕੀ ਹੋਣਾ ਚਾਹੀਦਾ, ਇਕੁਅਲ ਹੋਣਾ ਚਾਹੀਦਾ, ਠੀਕ ਹੈ। ਐਵੇਂ ਨਹੀਂ ਗਾ ਵੀ ਇੱਕ ਤੁਸੀਂ ਨੈੱਟ ਪ੍ਰੋਫਿਟ ਲੈ ਰਹੇ ਹੋ ਮਾਰਚ 16-17 ਦਾ, ਠੀਕ ਹੈ, ਮਾਰਚ 16 ਵਾਲਾ ਨੈੱਟ ਪ੍ਰੋਫਿਟ ਲੈ ਲਿਆ, ਮਾਰਚ 17 ਵਾਲਾ ਨੈੱਟ ਪ੍ਰੋਫਿਟ ਲੈ ਲਿਆ, ਦੈਨ ਤੁਸੀਂ ਲੈ ਰਹੇ ਹੋ ਮਿਡ ਟਰਮ ਵਾਲਾ ਨੈੱਟ ਪ੍ਰੋਫਿਟ, ਠੀਕ ਹੈ, ਜਿਹੜਾ ਜੂਨ 'ਚ ਕੈਲਕੂਲੇਟ ਹੁੰਦਾ। ਸੋ ਉੱਥੇ ਕੀ ਹੈ, ਟਾਈਮ ਗੈਪ ਕੀ ਹੈ, ਇੱਕ ਤਾਂ 12 ਮਹੀਨਿਆਂ ਦਾ, ਦੂਜਾ ਕੀ ਹੋ ਜਾਊਗਾ 3 ਮਹੀਨਿਆਂ ਦਾ, ਠੀਕ ਹੈ। ਸੋ ਟਾਈਮ ਗੈਪ ਡਿਫਰ ਕਰ ਜਾਊਗਾ, ਸੋ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਠੀਕ ਹੈ। ਟਾਈਮ ਸੀਰੀਜ਼ 'ਚ ਜੇ ਤੁਸੀਂ
टाइम गैप लैना है तो वो की होना चाहिए, इक्वल होना चाहिए, ठीक है, सेम होना चाहिए। नैक्सट देखो राजे, एप्लीकेशन ऑफ इंटरपोलेशन। इंटरपोलेशन मैं तुहानूं बात दसूँगी जे मैनूं पता नहीं गा। नैक्सट देखो, ऑब्जेक्टिव और इंपॉर्टेंस ऑफ टाइम सीरीज एनालिसिस। ऑब्जेक्टिव एंड इंपॉर्टेंस जो राजे पहला पॉइंट आप करते हैं, रिव्यू ऑफ करंट अचीवमेंट्स, ठीक है। टाइम सीरीज़ का राजे सब तो मेन ऑब्जेक्टिव जिहड़ा हुंदा वो यही हुंदा भी देखना भी जिहड़ी इकोनॉमी है, ठीक है, जिन्हों आप स्टडी कर रहे हैं टाइम सीरीज़ च, ठीक है, या जिहड़ा बिजनेस नूं आप देख रहे हैं उहदियां करंट अचीवमेंट्स की ने, ठीक है, उहदी करंट परफॉर्मेंस किहो जी है, ठीक है। इनू रिव्यू करने लिए आप किहड़ा मैथड यूज़ करते हैं, टाइम सीरीज़ एनालिसिस, ठीक है। जिवें आप कंपनी का पिछले 5 सालों का प्रॉफिट कैलकुलेट कर रहे हैं तो पिछले 5 सालों तो जिहड़ा प्रॉफिट कंपनी का जिवें इनहैंस हो रहा है ना, तो सपोज करो पहला सीगा 1 करोड़, दैन 2 करोड़, फिर 3, फिर 4, फिर 5, ठीक है। सो अज की डेट में आप की कह सकते हैं, करंट सिनैरियो की है कंपनी का कि कंपनी का प्रॉफिट इनक्रीज कर रहा है, ठीक है, मतलब कंपनी की है बैटर परफॉर्मेंस दे रही है करंट पोजीशन ते प्रेजेंट विच कंपनी की कर रही है, बैटर परफॉर्म कर रही है, जिहदे नाल उहदे प्रॉफिट्स इनक्रीज कर रहे हैं, ठीक है। दैन नैक्सट इहदा की हुंदा राजे, टू स्टडी पास्ट बिहेवियर, कि टाइम सीरीज़ च एक तो करंट सिनैरियो का पता लगता है, ठीक है, कि कंपनी की पोजीशन किहो जी है, कंपनी किवें दा परफॉर्म कर रही है, ठीक है। दूजा की पता लगता है कि पास्ट रिकॉर्ड्स की रहे ने, ठीक है, पास्ट परफॉर्मेंस किहो जी रही है। हुण भावें तुसीं ओह कंपनी के परसपैक्टिव तो देख लो या सोसाइटी दे या इकोनॉमी दे, जिहड़ी भी चीज़ नूं तुसीं स्टडी अंडर लै रहे हो है ना, या टाइम सीरीज़ च जिहड़ी भी स्टडी अंदर लिता जाता है उहदे हिसाब नाल देख सकते हैं कि पिछले टाइम च जो हुंदा है, ठीक है, उहदी परफॉर्मेंस किहो जी सी, ठीक है। जिवें आपां एग्जाम्पल लिती है कि 1 करोड़ प्रॉफिट हर साल वधदा रहा, ठीक है, तो इस तो आप पास्ट बिहेवियर तो की देख सकते हैं कि कंपनी कंसिस्टेंटली अच्छा परफॉर्म कर रही है, जिहदे करके लगातार 5 सालों तो दा प्रॉफिट इनक्रीज कर रहा है। वो की हो गया कंपनी का पास्ट बिहेवियर, ठीक है। इहदे विच जे हुण सपोज करो कि कंपनी पहला लॉस चल रही सी पहले 3 सालों, ठीक है, तो उस तो चौथे साल चो प्रॉफिट चाहिए, 5वें साल चो प्रॉफिट होर वध गया, ठीक है, तो इत्थे पास्ट बिहेवियर की प्रिडिक्ट होएगा क्या कि पहला कंपनी लॉस अकरिंग सीगी, ठीक है, बट उन्हें पकअप किया तो वह हुण प्रॉफिट अर्निंग च कन्वर्ट होन लग गई, ठीक है, समझ गए ना पास्ट बिहेवियर। नैक्सट देखो राजे, फैसिलेट कंपैरिजन, ठीक है, इहदे विच की है कि टाइम सीरीज़ की आप गल करते हैं, ठीक है, डाटा नूं आप इदां कंपेयर करते हैं जिहड़ा डिफरेंट टाइम ते होया सीगा, सो इहदे नाल आपां नूं सब की है कंपैरिजन कर सकते आप, ठीक है। जिवें पिछले साल ते इस साल विच की फ़र्क है, ठीक है, जिवें पिछले साल कितना प्रॉफिट सी 4 करोड़ का, इस साल कितना प्रॉफिट है 5 करोड़ का, सो आप कंपैरिजन कर रहे हैं कि इस साल का प्रॉफिट जिहड़ा पिछले साल के प्रॉफिट नालों इनक्रीज होया, ज़्यादा होया, ठीक है। टाइम सीरीज़ एनालिसिस जरूरी नहीं राजे तुसी ईयरली बेसिस ते करना है, ये मंथली, डेली, क्वार्टरली बेसिस ते भी हो सकता है, ठीक है। नैक्सट देखो राजे, कंपैरिजन वाला पता लग गया ना। हाँ, जिवें अपने इकोनॉमी च नहीं कहते कि जे आप इंडिया की अज की इकोनॉमी वेखीए 1990 के कंपैरिजन विच कि 1990 विच चीज़ों का रेट किन्ना सीगा, अज के टाइम च किन्ना है ना, तो इनफ्लेशन हुई है जी, वो भी किहदे बेस ते कंपैरिजन आंदा है, टाइम सीरीज़ एनालिसिस के बेस ते आंदा है। नैक्सट देखो, टू प्रोडिक्ट फ्यूचर बिहेवियर। फ्यूचर बिहेवियर जो होता है राजे कि जिवें हुण कंपनी की आप एग्जाम्पल लिती सी है ना, कि
5 ਸਾਲਾਂ ਤੋਂ ਉਹਦਾ 1-1 ਕਰੋੜ ਦਾ ਪ੍ਰੋਫਿਟ ਇਨਕਰੀਜ਼ ਹੋ ਰਿਹਾ ਹੈ ਨਾ। ਤਾਂ ਆਪਾਂ ਫਿਊਚਰ ਕੀ ਪ੍ਰਿਡਿਕਟ ਕਰ ਸਕਦੇ ਹਾਂ, ਜਾਂ ਆਪਾਂ ਕੀ ਕਹਿ ਸਕਦੇ ਹਾਂ ਕੰਪਨੀ ਦੇ 6ਵੇਂ ਸਾਲ ਦੇ ਪ੍ਰੋਫਿਟ ਬਾਰੇ, ਵੀ ਉਹਦੇ ਹਾਈ ਚਾਂਸਿਸ ਹੈ ਕਿ 6ਵੇਂ ਸਾਲ 'ਚ ਵੀ ਕੀ ਹੈ ਉਹਨੂੰ ਪ੍ਰੋਫਿਟ ਹੋਏਗਾ, ਪਲੱਸ ਉਹ 1 ਕਰੋੜ ਦੇ ਜ਼ਿਆਦਾ ਹੋਏਗਾ। ਮਤਲਬ ਕਿੰਨਾ ਹੋ ਸਕਦਾ, 6 ਕਰੋੜ ਹੋ ਸਕਦਾ। ਠੀਕ ਹੈ, ਮਤਲਬ ਤੁਸੀਂ ਫਿਊਚਰ ਟਰੈਂਡ ਦੱਸ ਸਕਦੇ ਹੋ ਕਿ ਆਉਣ ਵਾਲਾ ਟਾਈਮ ਕਿੱਦਾਂ ਦਾ ਹੋਏਗਾ ਇੱਕ ਤਰ੍ਹਾਂ ਨਾਲ। ਨੈਕਸਟ ਦੇਖੋ ਫੋਰਕਾਸਟਿੰਗ ਦ ਟ੍ਰੇਡ ਸਾਈਕਲਸ। ਠੀਕ ਹੈ, ਟ੍ਰੇਡ ਸਾਈਕਲ ਰਾਜੇ ਆਪਾਂ ਅੱਗੇ ਕਰਾਂਗੇ। ਠੀਕ ਹੈ, ਇਸੇ ਚੈਪਟਰ ਵਿੱਚ ਕਿ ਟ੍ਰੇਡ ਸਾਈਕਲਸ ਕੀ ਹੁੰਦੇ ਨੇ। ਠੀਕ ਹੈ, ਇਹਦੇ ਵਿੱਚ ਕੀ ਹੈ ਕਿ ਜੇ ਟਾਈਮ ਸੀਰੀਜ਼ ਐਨਾਲਿਸਿਸ ਨਾਲ ਇਹ ਪਤਾ ਲੱਗ ਜਾਂਦਾ ਵੀ ਟ੍ਰੇਡ ਸਾਈਕਲ ਦੇ ਕਿਹੜੇ ਫੇਸ ਆਏਗਾ ਫਿਊਚਰ ਵਾਲੇ ਟਾਈਮ 'ਚ। ਠੀਕ ਹੈ, ਮੇਜਰਲੀ ਦੇ 4 ਫੇਸ ਹੁੰਦੇ ਨੇ। ਠੀਕ ਹੈ, ਤਾਂ ਜਿਹਦੇ ਵਿੱਚ ਜਿਹੜੇ ਬਿਜ਼ਨਸ ਹੈ ਜਾਂ ਇਕੋਨਮੀ ਹੈ ਉਹਦੇ 'ਤੇ ਡਿਫਰੈਂਟ ਇੰਪੈਕਟ ਆਉਂਦਾ। ਸੋ ਇਹ ਟ੍ਰੇਡ ਸਾਈਕਲ ਦਾ ਫੇਸ ਪ੍ਰੈਡਿਕਟ ਕਰਕੇ ਬਿਜ਼ਨਸ ਜਾਂ ਇਕੋਨਮੀ ਆਪਣੇ ਆਪ ਨੂੰ ਫਿਊਚਰ ਲਈ ਪ੍ਰਪੇਅਰ ਕਰ ਲੈਂਦੇ ਵੀ ਹਾਂ ਕਿਵੇਂ ਦਾ ਟਾਈਮ ਆਉਣ ਵਾਲਾ ਹੈ, ਉਹਨਾਂ ਨੂੰ ਕਿਹੋ ਜਿਹੀਆਂ ਸੇਲ ਟੈਕਨੀਕਸ ਅਪਣਾਉਣੀਆਂ ਪੈਣਗੀਆਂ ਜਾਂ ਪ੍ਰੋਡਕਸ਼ਨ ਕਿੰਨੀ ਕੁ ਕਰਨੀ ਪਏਗੀ। ਠੀਕ ਹੈ, ਨੈਕਸਟ ਦੇਖੋ ਆਈਸੋਲੇਸ਼ਨ ਆਫ ਇਫੈਕਟਸ ਆਫ ਡਿਫਰੈਂਟ ਫੋਰਸਿਸ। ਇਹਦੇ ਵਿੱਚ ਇਹ ਹੈ ਰਾਜੇ ਕਿ ਟਾਈਮ ਸੀਰੀਜ਼ ਵਿੱਚ ਜਿਹੜਾ ਡਾਟਾ ਦਾ ਕੰਪੈਰੀਜ਼ਨ ਹੈ ਨਾ ਸਿਰਫ ਟਾਈਮ ਦੇ ਬੇਸ 'ਤੇ ਕੀਤਾ ਜਾਂਦਾ। ਬਾਕੀ ਜਿਹੜੇ ਫੈਕਟਰਸ ਨੇ ਡਿਮਾਂਡ, ਸਪਲਾਈ ਜਾਂ ਇਕੋਨਮੀ ਦੀ ਗਰੋਥ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਤਰ੍ਹਾਂ ਨਾਲ ਇਗਨੋਰ ਕੀਤਾ ਜਾਂਦਾ। ਠੀਕ ਹੈ, ਆਈਸੋਲੇਟ ਕੀਤਾ ਜਾਂਦਾ। ਸਿਰਫ ਡਾਟਾ ਨੂੰ ਕਿਹਦੇ ਬੇਸ 'ਤੇ ਸਟੱਡੀ ਕੀਤਾ ਜਾਂਦਾ, ਟਾਈਮ ਦੇ ਬੇਸ 'ਤੇ। ਠੀਕ ਹੈ, नेक्स्ट देखो राजे प्रॉब्लम और एनालिसिस ऑफ टाइम सीरीज कि ठीक है कि टाइम सीरीज च प्रॉब्लम की आ सकती है। ठीक है, पहली तो यह है राजे कि जितने आप गल की ऑबजैक्टिव की कि आप फ्यूचर प्रिडिक्ट कर सकते हैं। ठीक है, पहली ये गल कहते हैं भी जी टाइम सीरीज है वो बेस पर आप जो फ्यूचर इवेंट्स बारे कहने भी आप दस सकते हैं भी की होएगा किवें होएगा है ना, भी उन्होंने एक्यूरेटली नहीं प्रिडिक्ट किया जा सकता। एक्यूरेटली मतलब जिमें जिमें होएगा उवें ही दसना। ठीक है, नेड़े तेड़े तो आप शायद गैस लगा सकते हैं बट उन्होंने एक्यूरेटली नहीं गैस किया जा सकता। ठीक है, यही है दी प्रॉब्लम या एनालिसिस। ये अगे पॉइंट्स दिते हुए हैं। नैक्सट देखो राजे कंपोनेंट्स ऑफ टाइम सीरीज। ठीक है, टाइम सीरीज बनया किन्ना चीज़ों तो है। ठीक है, जिमें सेंट्रल टेंडेंसी विच आपां की स्टडी कीता सीगा, मीन मीडियन मोड। ठीक है, डिस्पर्जन विच की सीगा, रेंज, क्वार्टाइल डेविएशन, मीन डेविएशन, स्टैंडर्ड डेविएशन है ना। हुण उवें ही टाइम सीरीज किहड़े कंपोनेंट्स नाल बने तुसीं की स्टडी करना इहदे विच। इहदे राजे मेन जिहड़े कंपोनेंट्स ने ठीक है वो हैगे ने 4। ठीक है, इन्हां नूं क्या की जांदा कंपोनेंट्स या वेरीएशन या पैटर्न, मूवमेंट्स, एलीमेंट्स ऑफ टाइम सीरीज। ठीक है, कि इन्हां नूं जे आपां जर्नली दसना होवे भी हाँ कंपोनेंट्स ऑफ टाइम सीरीज की हुंदे ने राजे, ये वो ऑब्जरवेशन हुंदियां ने जिहड़ियां फ्लक्चुएशनस दसदियां ने। फ्लक्चुएशन मतलब चेंजिस। ठीक है, जिहड़े चेंज होए हुंदे ने ओवर अ पीरियड ऑफ टाइम। ठीक है, उन्होंने आप कहने कंपोनेंट्स ऑफ टाइम सीरीज या एलीमेंट्स ऑफ टाइम सीरीज। ठीक है, इन्हों के होर किहड़े नाम ने, वेरीएशन, ठीक है, पैटर्न, मूवमेंट्स। ठीक है, तो ये राजे 4 ने बेसिकली। पहला हैगा सैकुलर ट्रेंड या लॉन्ग टर्म वेरीएशन। ठीक है, दूजा सीजनल, तीजा साइक्लिकल, चौथा हैगा इररेगुलर वेरीएशन या फिर रैंडम और इरेक्टिक वेरीएशन। ठीक है, फस्ट आप करते हैं राजे सैकुलर ट्रेंड। सैकुलर ट्रेंड वो होंगे राजे जिहड़ा बहुत लंबे पीरियड तक, ठीक है, बहुत नहीं लंबे पीरियड तक 12 महीनों तो बाद, ठीक है, 1 साल तो ज़्यादा, मोस्टली 2 या 3 सालों के विच जिहड़े चेंजिज आए ने। ठीक है, फिर भावें वो इनक्रीज़ होया डाटा, डिक्रीज़ होया या कॉन्सटेंट रहा, उहदे बारे आपां नूं दसेगा। उन्होंने आपां की कहने सैकुलर ट्रेंड।
ठीक है। तो शॉर्ट नेम हुंदा इहनूं शॉर्ट च कहंदे आ ट्रेंड। ठीक है। जे तुसीं उत्ते देखो तां ਜਿਹੜੀਆਂ ਉੱਪਰ 4 ਨੇਮਸ ਨੇ ਕੰਪੋਨੈਂਟਸ ਦੇ, ਠੀਕ ਹੈ, ਉਹਦੇ ਵਿੱਚ ਇਕੱਲਾ ਸੈਕੂਲਰ ਟਰੈਂਡ ਹੀ ਹੈ ਜਿਹਦੇ ਪਿੱਛੇ ਟਰੈਂਡ ਲੱਗਾ, ਠੀਕ ਹੈ। ਬਾਕੀ ਤਿੰਨਾਂ ਪਿੱਛੇ ਕੀ ਲੱਗੀ ਹੈ? ਵੇਰੀਏਸ਼ਨ ਲੱਗੀ ਹੈ। ਸੋ ਇਹਨੂੰ ਸ਼ਾਰਟ 'ਚ ਟਰੈਂਡ ਵੀ ਕਿਹਾ ਜਾਂਦਾ, ਠੀਕ ਹੈ। ਜੇ ਅੱਗੇ ਤੁਸੀਂ ਚੈਪਟਰ ਪੜ੍ਹਨਾ ਨਾ ਤਾਂ ਉਹਦੇ ਵਿੱਚ ਮੇਜਰਲੀ ਇਹਨੂੰ ਐਜ਼ ਕਿਵੇਂ ਰੈਫਰ ਕੀਤਾ ਹੋਇਆ? ਟਰੈਂਡ ਦੇ ਨੇਮ ਤੋਂ ਰੈਫਰ ਕੀਤਾ ਹੋਇਆ, ਠੀਕ ਹੈ। ਸੋ ਟਰੈਂਡ ਜਨਰਲ ਟੈਂਡੈਂਸੀ 'ਚ ਨੋਰਮਲੀ ਆਪਾਂ ਜੇ ਟਾਈਮ ਸੀਰੀਜ਼ 'ਚ ਕਿਸੇ ਨੂੰ ਦੱਸਣਾ ਹੋਵੇ ਤਾਂ ਇਹ ਕੀ ਚੀਜ਼ ਹੁੰਦੀ ਹੈ? ਉਵੇਂ ਦਾ ਉਹ ਡਾਟਾ ਹੁੰਦਾ ਹੈ ਜਿਹੜਾ, ਠੀਕ ਹੈ, ਓਵਰ ਲੌਂਗ ਪੀਰੀਅਡ ਆਫ ਟਾਈਮ ਆਪਾਂ ਨੂੰ ਇਹ ਦੱਸਦਾ ਕਿ ਡਾਟਾ ਇਨਕਰੀਜ਼ ਹੋਇਆ, ਡਿਕਰੀਜ਼ ਹੋਇਆ ਕਿ ਕੌਨਸਟੈਂਟ ਰਿਹਾ, ਠੀਕ ਹੈ। ਜਿਵੇਂ ਆਪਾਂ ਐਗਜ਼ਾਮਪਲ ਲਿੱਤੀ ਸੀ ਪ੍ਰੋਫਿਟਸ ਦੀ 1 ਕਰੋੜ ਵਾਲੇ ਦੀ, 1 2 ਕਰੋੜ 3 ਕਰੋੜ 4 ਕਰੋੜ, ਤਾਂ ਉਹਦੇ ਵਿੱਚ ਕੀ ਹੈ? ਆਪਾਂ 5 ਸਾਲਾਂ ਦੇ ਪ੍ਰੋਫਿਟਸ ਦੇਖੇ ਸੀਗੇ, ਠੀਕ ਹੈ। 5 ਸਾਲ ਕੀ ਹੁੰਦੇ ਆ? ਲੌਂਗ ਪੀਰੀਅਡ ਹੁੰਦਾ ਨਾ, ਲੌਂਗ ਟਾਈਮ ਪੀਰੀਅਡ। ਉਹਦੇ ਵਿੱਚ ਕੀ ਹੈ? ਪ੍ਰੋਫਿਟਸ ਇਨਕਰੀਜ਼ ਹੋ ਰਹੇ ਨੇ, ਠੀਕ ਹੈ। ਤਾਂ ਉਹ ਕਿਹੜਾ ਟਰੈਂਡ ਹੋਏਗਾ? ਅਪਵਰਡ ਟਰੈਂਡ ਹੋਏਗਾ, ਠੀਕ ਹੈ। ਇਹਨੂੰ ਹੋਰ ਕੀ ਕਹਿੰਦੇ ਆ? ਅਪਵਰਡ ਟਰੈਂਡ। ਇਹਨੂੰ ਇੱਦਾਂ ਡਾਇਗਰਾਮ 'ਚ ਨਾ ਇੱਦਾਂ ਰਿਪਰੈਜ਼ੈਂਟ ਕੀਤਾ ਜਾਂਦਾ, ਠੀਕ ਹੈ, ਅਪਵਰਡ ਟਰੈਂਡ। ਹੁਣ ਸਪੋਜ਼ ਕਰੋ ਇਹਦਾ ਹੀ ਉਲਟਾ ਹੋਵੇ ਕਿ ਉਹ ਪਹਿਲਾਂ ਉਹਦੇ 3 ਕਰੋੜ ਦੇ ਪ੍ਰੋਫਿਟ ਸੀਗੇ, ਫਿਰ ਉਹਦੇ 2.5 ਕਰੋੜ ਦੇ ਰਹਿ ਗਏ, ਫਿਰ 1.5 ਕਰੋੜ ਦੇ, ਠੀਕ ਹੈ। ਇੱਥੇ ਪ੍ਰੋਫਿਟ ਕੀ ਹੋ ਰਿਹਾ? ਡਿਕਰੀਜ਼ ਹੋ ਰਿਹਾ, ਠੀਕ ਹੈ। 3 ਸਾਲ ਆਪਾਂ ਕੰਸੀਡਰ ਕਰ ਰਹੇ ਹਾਂ, 3 ਸਾਲਾਂ 'ਚ ਪ੍ਰੋਫਿਟ ਕੀ ਹੈ? ਡਿਕਰੀਜ਼ ਹੋ ਰਿਹਾ, ਠੀਕ ਹੈ। ਤਾਂ ਇਹ ਕਿਹੜਾ ਟਰੈਂਡ ਹੋ ਜਾਊਗਾ? ਡਾਊਨਵਰਡ ਟਰੈਂਡ, ਠੀਕ ਹੈ। ਦੇਖੋ ਜਿਹੜਾ ਨੀਚੇ ਨੂੰ ਆ ਰਿਹਾ ਉਹ ਕਿਹੜਾ ਹੈ? ਡਾਊਨਵਰਡ ਟਰੈਂਡ। ਕਹਿਣ ਦਾ ਕੀ ਮਤਲਬ ਹੈ ਕਿ ਟਰੈਂਡ ਨੂੰ ਆਪਾਂ 2 ਬੇਸਿਸ 'ਤੇ ਡਿਵਾਈਡ ਕਰ ਸਕਦੇ ਹਾਂ, ਅਪਵਰਡ ਐਂਡ ਡਾਊਨਵਰਡ, ਠੀਕ ਹੈ। ਸਪੋਜ਼ ਜੇ ਕੋਈ ਕੌਨਸਟੈਂਟ ਟਰੈਂਡ ਹੋਵੇ ਤਾਂ ਉਹਦੀ ਡਾਇਗਰਾਮ ਕਿਵੇਂ ਬਣੇਗੀ? ਪੈਰਲਲ ਟੂ ਐਕਸ ਐਕਸਿਸ, ਠੀਕ ਹੈ। ਡਾਊਨਵਰਡ ਟਰੈਂਡ ਅਪਵਰਡ ਟਰੈਂਡ ਕਿਹਦੇ ਬੇਸ 'ਤੇ ਹੁੰਦੇ ਆ? ਕਿ ਜਿਹੜਾ ਡਾਟਾ ਆਪਾਂ ਟਾਈਮ ਸੀਰੀਜ਼ 'ਚ ਕੰਸੀਡਰ ਕਰ ਰਹੇ ਹਾਂ, ਠੀਕ ਹੈ, ਉਹ ਇਨਕਰੀਜ਼ ਹੋ ਰਿਹਾ ਕਿ ਡਿਕਰੀਜ਼ ਹੋ ਰਿਹਾ, ਠੀਕ ਹੈ। ਜੇ ਪ੍ਰੋਫਿਟ ਦੀ ਜਿਵੇਂ ਆਪਾਂ ਐਗਜ਼ਾਮਪਲ ਲਿੱਤੀ, ਆਪਣਾ ਡਾਟਾ ਕਿਹਦੇ ਰਿਲੇਟਡ ਹੈ? ਪ੍ਰੋਫਿਟ ਦੇ ਰਿਲੇਟਡ ਹੈ। ਜੇ ਪ੍ਰੋਫਿਟ ਇਨਕਰੀਜ਼ ਹੋ ਰਿਹਾ ਤਾਂ ਕਿਹੜਾ ਟਰੈਂਡ ਹੋਏਗਾ? ਅਪਵਰਡ। ਜੇ ਡਿਕਰੀਜ਼ ਹੋ ਰਿਹਾ ਤਾਂ ਕਿਹੜਾ ਟਰੈਂਡ ਹੋਏਗਾ? ਡਾਊਨਵਰਡ, ਠੀਕ ਹੈ। ਨੈਕਸਟ ਦੇਖੋ ਰਾਜੇ, ਇਹਦੀਆਂ ਟਾਈਪਸ ਆਫ ਟਰੈਂਡਸ 2 ਤਰ੍ਹਾਂ ਨਾਲ ਆਪਾਂ ਪੜ੍ਹ ਸਕਦੇ ਹਾਂ, ਲੀਨੀਅਰ, ਠੀਕ ਹੈ, ਜਾਂ ਨੋਨ ਲੀਨੀਅਰ, ਠੀਕ ਹੈ। ਇੱਕ ਤਾਂ ਹੁੰਦਾ ਅਪਵਰਡ ਟਰੈਂਡ, ਡਾਊਨਵਰਡ ਟਰੈਂਡ, ਇੱਕ ਲੀਨੀਅਰ ਨੋਨ ਲੀਨੀਅਰ ਦੇ ਬੇਸ 'ਤੇ ਹੋ ਜਾਂਦਾ, ਠੀਕ ਹੈ। ਲੀਨੀਅਰ ਨੋਨ ਲੀਨੀਅਰ ਕਿਵੇਂ ਹੁੰਦਾ ਰਾਜੇ? ਕਿ ਜਦੋਂ ਜਿਹੜੀ ਗਰੋਥ ਹੈ ਜਾਂ ਡਿਕਲਾਈਨ ਹੈ, ਠੀਕ ਹੈ, ਜਿਹੜਾ ਇਨਕਰੀਜ਼ ਜਾਂ ਡਿਕਰੀਜ਼ ਹੋਣ ਦਾ ਰੇਟ ਹੈ ਉਹ ਸੇਮ ਹੋਵੇ, ਕੌਨਸਟੈਂਟ ਹੋਵੇ, ਠੀਕ ਹੈ। ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਲੀਨੀਅਰ ਟਰੈਂਡ, ਠੀਕ ਹੈ। ਕਿ ਸਟਰੇਟ ਲਾਈਨ 'ਚ ਚੱਲ ਰਿਹਾ, ਜਿਵੇਂ ਹਰ ਸਾਲ ਕਿਸੇ 1 ਕਰੋੜ ਦਾ ਪ੍ਰੋਫਿਟ ਹੋ ਰਿਹਾ ਸੀਗਾ, ਠੀਕ ਹੈ। ਜਿਹੜਾ ਚੇਂਜ ਸੀਗਾ ਇਨਕਰੀਜ਼ ਦਾ ਉਹ ਕਿੰਨਾ ਸੀਗਾ? 1 ਕਰੋੜ ਦਾ, ਠੀਕ ਹੈ। ਚੇਂਜ ਸਟੇਬਲ ਸੀ ਨਾ, ਅਤੇ ਉਹ ਕਿਹੜਾ ਟਰੈਂਡ ਹੋਏਗਾ? ਲੀਨੀਅਰ ਟਰੈਂਡ ਹੋਏਗਾ, ਠੀਕ ਹੈ। ਇਹਨੂੰ ਹੋਰ ਕਿਹਦੇ ਨਾਮ ਹੋਰ ਕੀ ਕਿਹਾ ਜਾਂਦਾ? ਇਹਨੂੰ ਸਟਰੇਟ ਲਾਈਨ ਜਾਂ ਫਸਟ ਡਿਗਰੀ ਕਰਵ, ਠੀਕ ਹੈ। ਸਟਰੇਟ ਲਾਈਨ ਜਾਂ ਫਿਰ ਫਸਟ ਡਿਗਰੀ ਕਰਵ। ਅੱਛਾ, ਇਹਨੂੰ ਐਕਸਪ੍ਰੈਸ ਕੀਤਾ ਜਾਂਦਾ ਹੈ ਇੱਦਾਂ, y ਇਜ਼ ਇਕੁਅਲ ਟੂ a ਪਲਸ bx, ਠੀਕ ਹੈ। ਜਿੱਥੇ ਜਿਹੜਾ x ਲਿਖਿਆ ਹੋਇਆ ਫਾਰਮੂਲਾ 'ਚ ਨਾ, x ਕੀ ਰਿਪਰਜੈਂਟ ਕਰਦਾ? ਟਾਈਮ। a ਐਂਡ b ਕੀ ਹੁੰਦੇ ਨੇ? ਕੌਨਸੋਨੈਂਟਸ, ਠੀਕ ਹੈ। ਕੋਈ ਨਾ, ਜੇ ਨਹੀਂ ਵੀ ਯਾਦ ਹੋਇਆ ਤਾਂ ਇਟਸ ਓਕੇ। ਲੀਨੀਅਰ ਟਰੈਂਡ ਪਤਾ ਲੱਗ ਗਿਆ, ਠੀਕ ਹੈ। ਨੋਨ ਲੀਨੀਅਰ ਉਹ ਹੋ ਜਾਏਗਾ ਰਾਜੇ ਜਿੱਥੇ ਡਾਟਾ ਦੇ ਚੇਂਜ ਹੋਣ ਦਾ ਜਿਹੜਾ ਰੇਟ ਹੈ ਉਹ ਕੌਨਸਟੈਂਟ ਨਹੀਂ ਗਾ, ਉਹ ਡਿਫਰ ਕਰਦਾ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਨੋਨ ਲੀਨੀਅਰ ਟਰੈਂਡ, ਠੀਕ ਹੈ। ਇਹਦੇ ਵਿੱਚ ਆ ਜਾਏਗਾ ਲਾਈਕ ਸਪੋਜ਼ ਕਰੋ ਪਹਿਲੇ ਸਾਲ ਕੰਪਨੀ ਦਾ ਪ੍ਰੋਫਿਟ ਸੀਗਾ 1 ਕਰੋੜ ਦਾ, ਠੀਕ ਹੈ। ਦੂਜੇ ਸਾਲ ਹੋ ਗਿਆ 2 ਕਰੋੜ ਦਾ, ਤੀਜੇ ਸਾਲ ਹੋ ਗਿਆ 2 ਕਰੋੜ 80 ਹਜ਼ਾਰ ਦਾ, ਚੌਥੇ ਸਾਲ ਹੋ ਗਿਆ 3 ਕਰੋੜ 50 ਹਜ਼ਾਰ ਦਾ, ਠੀਕ ਹੈ। ਹੁਣ ਪ੍ਰੋਫਿਟ ਤਾਂ ਇਨਕਰੀਜ਼ ਹੋ ਰਿਹਾ ਹੈ ਨਾ, ਟਰੈਂਡ ਕਿਹੜਾ ਹੈ? ਅਪਵਰਡ ਟਰੈਂਡ ਹੀ ਹੈ ਕਿ ਹਾਂ ਡਾਟਾ ਇਨਕਰੀਜ਼ ਹੋ ਰਿਹਾ, ਠੀਕ ਹੈ। ਬਟ ਜਿਹੜਾ ਰੇਟ ਹੈ ਉਹ ਡਿਫਰ ਕਰਦਾ ਹੈ, ਕਦੀ 80 ਹਜ਼ਾਰ ਵੱਧ ਜਾਂਦਾ ਹੈ, ਕਦੀ 50 ਹਜ਼ਾਰ, ਕਦੀ 30 ਹਜ਼ਾਰ, ਠੀਕ ਹੈ। ਸੋ ਜਿਹੜਾ ਰੇਟ ਹੈ ਚੇਂਜ ਹੋਣ ਦਾ ਉਹ ਡਿਫਰ ਹੈ, ਠੀਕ ਹੈ। ਤਾਂ ਇਹਨੂੰ ਆਪਾਂ ਕਿਹੜਾ ਟਰੈਂਡ ਕਹਾਂਗੇ? ਨੋਨ ਲੀਨੀਅਰ ਟਰੈਂਡ, ਠੀਕ ਹੈ। ਇਹਦੀ ਜਿਹੜੀ ਡਾਇਗਰਾਮ ਹੋਏਗੀ ਉਹ ਸਟਰੇਟ ਲਾਈਨ ਨਹੀਂ ਬਣੇਗੀ, ਕੀ ਬਣੇਗੀ? ਜਾਂ ਤਾਂ ਕਰਵ ਹੀ ਬਣੇਗੀ ਜਾਂ ਅਪ ਐਂਡ ਡਾਊਨ ਵਾਲੀ ਬਣੇਗੀ,
ਨੈਕਸਟ ਦੇਖੋ ਰਾਜੇ ਇਹਦੇ ਵਿੱਚ ਯੂਜ਼ਸ ਆਫ ਸੈਕੂਲਰ ਟਰੈਂਡ। ਠੀਕ ਹੈ, ਸੈਕੂਲਰ ਟਰੈਂਡ ਹੁਣ ਆਪਾਂ ਯੂਜ਼ ਕਿੱਥੇ ਕਰ ਸਕਦੇ ਹਾਂ। ਪਹਿਲਾ ਤਾਂ ਹੈਗਾ ਰਾਜੇ ਜਰਨਲ ਆਈਡੀਆ ਆਫ ਪੈਟਰਨ ਐਂਡ ਬਿਹੇਵੀਅਰ, ਕਿ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੋਟਾ ਮੋਟਾ ਡਾਟਾ ਵਿੱਚ ਹੋ ਕੀ ਰਿਹਾ। ਠੀਕ ਹੈ, ਉਹ ਵੱਧ ਰਿਹਾ ਕਿ ਘਟ ਰਿਹਾ। ਠੀਕ ਹੈ, ਜਰਨਲ ਟਰੈਂਡ ਪਤਾ ਲੱਗ ਜਾਂਦਾ। ਇਹ ਕਿੱਦਾਂ ਪਤਾ ਲੱਗਦਾ, ਕਿਉਂਕਿ ਆਪਾਂ ਸੈਕੂਲਰ ਟਰੈਂਡ ਵਿੱਚ ਲੌਂਗ ਪੀਰੀਅਡ ਲੈਂਦੇ ਹਾਂ। ਠੀਕ ਹੈ, ਮੇਜਰਲੀ 2-3 ਸਾਲ ਜਾਂ ਫਿਰ 2-3 ਸਾਈਕਲਸ ਇਨਵੋਲਵ ਹੋ ਜਾਂਦੇ ਆ ਵਿੱਚ। ਠੀਕ ਹੈ, ਤਾਂ ਉਹਦੇ ਨਾਲ ਕੀ ਆਪਾਂ ਨੂੰ ਜਰਨਲੀ ਪਤਾ ਲੱਗ ਜਾਂਦਾ ਕਿ ਬਿਜ਼ਨਸ ਅੱਛਾ ਕਰ ਰਿਹਾ ਕਿ ਮਾੜਾ ਕਰ ਰਿਹਾ, ਇਕੋਨਮੀ ਵਧੀਆ ਜਾ ਰਹੀ ਹੈ ਕਿ ਬੁਰੀ ਜਾ ਰਹੀ ਹੈ। ਠੀਕ ਹੈ, ਹੁਣ ਜਿਵੇਂ ਆਪਾਂ ਇੱਕ ਕੰਪਨੀ ਹੈ, ਠੀਕ ਹੈ, ਜਿਹਨੂੰ ਆਪਾਂ ਥੋੜ੍ਹੇ ਟਾਈਮ ਲਈ ਸਟੱਡੀ ਕਰਦੇ ਹਾਂ, ਹੈ ਨਾ, ਤਾਂ ਉਹਦੇ ਬੇਸ 'ਤੇ ਆਪਾਂ ਉਹਨੂੰ ਕੀ ਕਹਿ ਸਕਦੇ ਹਾਂ ਵੀ ਅੱਜ ਦੇ ਟਾਈਮ 'ਚ ਕਿਵੇਂ ਦਾ ਪਰਫੋਰਮ ਕਰ ਰਹੀ ਹੈ। ਸਪੋਜ਼ ਜੇ ਆਪਾਂ ਉਹਨੂੰ ਆਪਦਾ ਡਾਟਾ ਕੰਪੇਅਰ ਕਰਦੇ ਹਾਂ ਪਿਛਲੇ 30 ਸਾਲਾਂ ਦਾ, ਹੈ ਨਾ, ਪਿਛਲੇ 30 ਸਾਲਾਂ ਤੋਂ ਕੰਪਨੀ ਨੇ ਕਿਹੋ ਜਿਹਾ ਪਰਫੋਰਮ ਕੀਤਾ, ਅਤੇ ਉਹ 'ਚ 25 ਸਾਲ ਉਹਨੇ ਪ੍ਰੋਫਿਟ ਕਮਾਇਆ ਹੋਵੇ ਅਤੇ 5 ਸਾਲ ਉਹ ਲਾਸ 'ਚ ਗਈ ਹੋਵੇ। ਸੋ ਇੱਥੇ ਜਰਨਲ ਆਈਡੀਆ ਆਪਾਂ ਕੰਪਨੀ ਤੋਂ ਕੀ ਲਗਾ ਸਕਦੇ ਹਾਂ ਕਿ ਮੋਸਟਲੀ ਕੰਪਨੀ ਪ੍ਰੋਫਿਟ 'ਚ ਹੁੰਦੀ ਹੈ। ਠੀਕ ਹੈ, ਸੈਕੂਲਰ ਟਰੈਂਡ ਦਾ ਫਸਟ ਯੂਜ਼ ਕੀ ਹੈ ਕਿ ਇੱਕ ਜਰਨਲ ਆਈਡੀਆ ਲੱਗ ਜਾਂਦਾ ਕਿ ਕਿਹੋ ਜਿਹਾ ਪੈਟਰਨ ਹੈ ਜਾਂ ਬਿਹੇਵੀਅਰ ਹੈ। ਠੀਕ ਹੈ, ਹੁਣ ਜਿਵੇਂ ਇੰਡੀਆ ਪਾਕਿਸਤਾਨ ਦੇ ਰਿਲੇਸ਼ਨਸ ਲਗਾ ਲਓ। ਠੀਕ ਹੈ, ਉਹਦੇ ਵਿੱਚ ਕੀ ਹੈ ਕਿ ਬਹੁਤ ਘੱਟ ਸਿਚੁਏਸ਼ਨਸ ਇਹੋ ਜਿਹੀਆਂ ਨੇ ਜਿੱਥੇ ਉਹਨਾਂ 'ਚ ਪੀਸ ਰਿਹਾ ਹੋਵੇ, ਨਹੀਂ ਤਾਂ ਜ਼ਿਆਦਾਤਰ ਕੀ ਹੈ ਲੜਾਈ ਦਾ ਮਾਹੌਲ ਰਹਿੰਦਾ। ਸੋ ਇੰਡੀਆ ਅਤੇ ਪਾਕਿਸਤਾਨ ਦਾ ਜਰਨਲ ਪੈਟਰਨ ਜਾਂ ਬਿਹੇਵੀਅਰ ਕੀ ਹੈ ਕਿ ਉਹ ਪੀਸਫੁਲ ਨਹੀਂ ਗਾ, ਵੌਰ ਵਾਲਾ ਹੈ। ਠੀਕ ਹੈ, ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ। ਸੋ ਇਹਦੇ ਬੇਸ 'ਤੇ ਆਪਾਂ ਕੀ ਕਰ ਸਕਦੇ ਹਾਂ, ਫਿਊਚਰ ਪ੍ਰਿਡਿਕਟ ਕਰ ਸਕਦੇ ਹਾਂ, ਪਲਾਨ ਕਰ ਸਕਦੇ ਹਾਂ। ਠੀਕ ਹੈ, ਤਾਂ ਹੁਣ ਜਿਵੇਂ ਇੰਡੀਆ ਨੇ ਕੋਈ ਟਰੇਡਿੰਗ ਐਗਰੀਮੈਂਟ ਕਰਨਾ, ਉਹ ਪਾਕਿਸਤਾਨ ਨਾਲ ਨਹੀਂ ਕਰੂਗਾ, ਉਹਦੇ ਤੋਂ ਬਿਨਾਂ ਕਿਸੇ ਹੋਰ ਨੇਬਰਿੰਗ ਕੰਟਰੀ ਨਾਲ ਕਰ ਲੇਗਾ। ਠੀਕ ਹੈ, ਕਿਉਂਕਿ ਜਰਨਲ ਟਰੈਂਡ ਕੀ ਕਹਿੰਦਾ ਵੀ ਪਾਕਿਸਤਾਨ ਨਾਲ ਇੰਡੀਆ ਦੇ ਰਿਲੇਸ਼ਨਸ ਅੱਛੇ ਨਹੀਂ ਹੈ, ਬਟ ਬਾਕੀ ਜਿਹੜੇ ਦੇਸ਼ ਨੇ, ਠੀਕ ਹੈ, ਚਾਈਨਾ ਨੂੰ ਛੱਡ ਕੇ, ਉਹਨਾਂ ਨਾਲ ਪੀਸਫੁਲ ਨੇ। ਸੋ ਜੇ ਕੰਟਰੀ ਨੇ ਕੋਈ ਟਰੇਡਿੰਗ ਕੰਟਰੈਕਟ ਬਣਾਉਣਾ ਹੋਵੇ ਕਿਸੇ ਨੇਬਰਿੰਗ ਕੰਟਰੀ ਨਾਲ, ਤਾਂ ਉਹ ਕਿੰਨਾ ਕੋਲ ਹੋਏਗਾ, ਮੇਬੀ ਨੇਪਾਲ, ਭੂਟਾਨ, ਸ਼੍ਰੀਲੰਕਾ, ਮਿਆਂਮਾਰ। ਠੀਕ ਹੈ, ਇਹਨਾਂ ਕੋਲ। ਦੈਨ ਨੈਕਸਟ ਦੇਖੋ ਰਾਜੇ ਸਟੱਡੀ ਆਫ ਸ਼ਾਰਟ ਟਰਮ ਮੂਵਮੈਂਟਸ। ਠੀਕ ਹੈ, ਸ਼ਾਰਟ ਟਰਮ ਮੂਵਮੈਂਟਸ ਕੀ ਹੈ ਕਿ ਜਿਹੜੀਆਂ ਛੋਟੇ ਟਰੈਂਡਸ ਹੁੰਦੇ ਨੇ ਜਾਂ ਇਰਰੈਗੂਲਰ ਮੂਵਮੈਂਟਸ ਹੁੰਦੀਆਂ ਨੇ ਨਾ, ਉਹਨਾਂ ਦੀ ਸਟੱਡੀ ਹੋ ਜਾਂਦੀ ਹੈ। ਜਿਵੇਂ ਮੈਂ ਐਗਜ਼ਾਮਪਲ ਲਿੱਤੀ ਸੀਗੀ ਕਿ ਪਿਛਲੇ 30 ਸਾਲਾਂ 'ਚੋਂ, ਠੀਕ ਹੈ, 25 ਸਾਲ ਪ੍ਰੋਫਿਟ ਹੋਇਆ ਅਤੇ 5 ਸਾਲ ਲੋਸ ਹੋਇਆ। ਅਤੇ ਉਹ 5 ਸਾਲਾਂ 'ਚ ਲੋਸ ਕਿਉਂ ਹੋਇਆ? ਠੀਕ ਹੈ, ਇਹੋ ਜਿਹਾ ਕੀ ਹੋਇਆ ਕਿ ਉੱਥੇ ਕੰਪਨੀ 'ਚ ਇਨਫਲੇਸ਼ਨ ਲੱਗ ਗਈ ਸੀਗੀ। ਠੀਕ ਹੈ, ਜਾਂ ਫਿਰ ਜਿਹੜੀ ਕੰਟਰੀ 'ਚ ਕੰਪਨੀ ਆ ਉੱਥੇ ਵੌਰ ਲੱਗੀ ਸੀਗੀ। ਠੀਕ ਹੈ, ਮਤਲਬ ਉਹ ਸ਼ਾਰਟ ਟਰਮ ਮੂਵਮੈਂਟਸ ਜਿਹੜੀਆਂ ਸੀਗੀਆਂ, ਕੋਈ ਸ਼ਾਰਟ ਟਰਮ ਮੂਵਮੈਂਟ ਸਟੱਡੀ ਕਰਨੀ ਹੋਵੇ ਤਾਂ ਆਪਾਂ ਨੂੰ ਅਲੱਗ ਤੋਂ ਸਟੱਡੀ ਵੀ ਕਰ ਸਕਦੇ ਹਾਂ। ਠੀਕ ਹੈ, ਕਿਉਂਕਿ ਹੁਣ ਆਪਾਂ ਨੂੰ 30 ਸਾਲ ਦਾ ਡਾਟਾ ਆਪਾਂ ਕਿਹਦੇ ਬੇਸ 'ਤੇ ਲਿੱਤਾ, ਟਾਈਮ ਦੇ ਬੇਸ 'ਤੇ। ਠੀਕ ਹੈ, ਤੁਹਾਨੂੰ ਆਪਾਂ ਅਲੱਗ ਕਰ ਸਕਦੇ ਹਾਂ ਨਾ ਸਾਰੇ ਡਾਟਾ ਨਾਲੋਂ। ਠੀਕ ਹੈ, ਉਹਨੂੰ ਆਈਸੋਲੇਟ ਕਰ ਸਕਦੇ ਹਾਂ ਵੀ ਸਪੋਜ਼ ਉਹਨਾਂ ਨੂੰ ਲੋਸ ਹੋਇਆ ਹੋਵੇ 1991 'ਚ। ਠੀਕ ਹੈ, ਕੰਪਨੀ ਨੂੰ, ਅਤੇ 1991 ਦਾ ਪਰਟੀਕੂਲਰ ਈਅਰ ਸਟੱਡੀ ਕੀਤਾ ਜਾ ਸਕਦਾ ਵੀ ਹਾਂ ਕੰਪਨੀ ਦੀ ਕੀ ਕੋਸਟ ਜ਼ਿਆਦਾ ਸੀਗਾ, ਕਿ ਕੰਪਨੀ ਦੀ ਸੇਲ ਨਹੀਂ ਹੋਈ ਸੀਗੀ, ਕਿ ਇਹੋ ਜਿਹਾ ਕੀ ਹੋਇਆ ਸੀਗਾ ਉਸ ਈਅਰ ਵਿੱਚ ਕਿ ਕੰਪਨੀ ਨੂੰ ਲੋਸ ਹੋਇਆ। ਠੀਕ ਹੈ, ਮਤਲਬ ਸ਼ਾਰਟ ਟਰਮ ਮੂਵਮੈਂਟਸ ਦੀ ਸਟੱਡੀ ਹੋ ਸਕਦੀ ਹੈ ਇਹਦੇ ਵਿੱਚ। ਨੈਕਸਟ ਦੇਖੋ ਰਾਜੇ ਹੈਲਪ ਇਨ ਫੋਰਕਾਸਟਿੰਗ। ਠੀਕ ਹੈ, ਜਰਨਲ ਟਰੈਂਡ ਪਤਾ ਆਪਾਂ ਨੂੰ, ਤਾਂ ਜਰਨਲ ਟਰੈਂਡ ਦੇ ਬੇਸ 'ਤੇ ਆਪਾਂ ਫੋਰਕਾਸਟ ਕਰ ਸਕਦੇ ਹਾਂ ਕਿ ਹਾਂ ਆਉਣ ਵਾਲੇ ਟਾਈਮ ਵਿੱਚ ਕੀ ਹੋਏਗਾ। ਜਿਵੇਂ ਉਹ ਕੰਪਨੀ ਦੀ ਐਗਜ਼ਾਮਪਲ ਲਿੱਤੀ ਹੋਈ ਹੈ, 30 ਸਾਲਾਂ 'ਚੋਂ 25 ਸਾਲ 'ਚ ਪ੍ਰੋਫਿਟ ਹੋਇਆ, ਤਾਂ ਆਉਣ ਵਾਲੇ ਟਾਈਮ 'ਚ ਵੀ ਉਹ ਕੰਪਨੀ ਕੀ ਹੈ, ਮੋਸਟ ਪ੍ਰੋਬੇਬਲੀ ਪ੍ਰੋਫਿਟ 'ਚ ਹੀ ਰਹੇਗੀ। ਠੀਕ ਹੈ, ਨੈਕਸਟ ਦੇਖੋ ਰਾਜੇ ਫੈਸਿਲੀਟੇਟ ਕੰਪੈਰੀਜ਼ਨ, ਕਿ ਕੰਪਨੀ ਦਾ ਜਿਹੜੇ ਡਿਫਰੈਂਟ ਈਅਰਸ ਨੇ, ਠੀਕ ਹੈ, ਉਹਨਾਂ ਦਾ ਤੁਸੀਂ ਆਪਸ 'ਚ ਕੰਪੈਰੀਜ਼ਨ ਕਰ ਸਕਦੇ ਹੋ, ਜਾਂ ਫਿਰ ਉਹਨੂੰ ਕਿਸੇ ਹੋਰ ਕੰਪਨੀ ਨਾਲ ਕੰਪੇਅਰ ਕਰ ਸਕਦੇ ਹੋ, ਹੈ ਨਾ। ਮਤਲਬ ਸੈਕੂਲਰ ਟਰੈਂਡ ਕੰਪੈਰੀਜ਼ਨ ਕਰਨ 'ਚ ਵੀ ਹੈਲਪ ਕਰਦਾ। ਠੀਕ ਹੈ, ਜਰਨਲ ਆਈਡੀਆ ਸਟੱਡੀ ਕਰਨ 'ਚ, ਸ਼ਾਰਟ ਟਰਮ ਮੂਵਮੈਂਟਸ ਹੋਈਆਂ ਨੇ ਜੇ ਕੋਈ, ਉਹਨਾਂ ਨੂੰ ਦੇਖਣ 'ਚ। ਠੀਕ ਹੈ, ਦੈਨ ਫੋਰਕਾਸਟ ਕਰਨ 'ਚ ਜਾਂ ਕੰਪੈਰੀਜ਼ਨ ਕਰਨ 'ਚ। ਨੈਕਸਟ ਦੇਖੋ ਰਾਜੇ ਸੀਜ਼ਨਲ ਵੇਰੀਏਸ਼ਨਸ। ਸੀਜ਼ਨਲ ਵੇਰੀਏਸ਼ਨ ਰਾਜੇ ਉਹ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਨਾ 12 ਮਹੀਨਿਆਂ ਦੇ ਪੀਰੀਅਡ ਤੋਂ ਬਾਅਦ ਰਿਪੀਟ ਹੋਣ ਲੱਗ ਜਾਣ। ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਸੀਜ਼ਨਲ ਵੇਰੀਏਸ਼ਨ।
ठीक है। ये जिहड़ी चीज़ है ये राजे सेम हैल्प करती है, ठीक है, इकोनॉमीज़ नूं, कंपनीज़ नूं, ठीक है। तो ਇਹਦੇ ਵਿੱਚ ਨੋਰਮਲੀ ਕੀ ਹੈ ਰਿਪੀਟਿੰਗ ਸਾਈਕਲ ਹੁੰਦਾ, ਠੀਕ ਹੈ, ਰਿਪੀਟ ਹੁੰਦੀਆਂ ਇਹ ਚੀਜ਼ਾਂ। ਜਿਵੇਂ ਆਪਾਂ ਸੀਜ਼ਨਸ ਕਹਿ ਦਿੰਦੇ ਨਾ, ਸੀਜ਼ਨ ਦੇਖੋ ਜਿਹੜਾ ਵਰਡ ਸੀਜ਼ਨ ਹੈ ਉਹ ਕਿਹਦੇ ਤੋਂ ਆਇਆ, ਸੀਜ਼ਨਸ ਆਫ ਦੀ ਈਅਰ, ਠੀਕ ਹੈ। ਹਰ ਸਾਲ ਗਰਮੀਆਂ ਆਉਂਦੀਆਂ, ਹਰ ਸਾਲ ਸਰਦੀਆਂ ਆਉਂਦੀਆਂ, ਹਰ ਸਾਲ ਸਾਉਣ ਆਉਂਦਾ, ਠੀਕ ਹੈ। ਇਹ ਕੀ ਹੈ ਸੀਜ਼ਨਸ ਰਿਪੀਟ ਹੋ ਰਹੇ ਨੇ, ਠੀਕ ਹੈ। ਸੇਮ ਵੇ ਨਾਲ टाइम सीरीज़ च भी जे कोई 12 महीने के पीरियड तो बाद रिपीट होंदी होवे, ठीक है, उन्होंने आपां किहदा नाम दिन्ने आ, सीजनल वेरीएशन दा, ठीक है। ਇਹਦੇ ਵਿੱਚ ਰਾਜੇ नॉर्मली ਜਿਹੜੀਆਂ ਚੀਜ਼ਾਂ मेनली स्टडी कीतियां जांदियां, ठीक है, वो की हुंदी है कंजम्पशन एंड प्रोडक्शन ऑफ कमोडिटीज़, ठीक है, कि प्रोडक्शन किन्नी कु हो रही है, ठीक है। जिवें इस साल गर्मियां विच किन्ने AC प्रोड्यूस होए, किन्ने पखे प्रोड्यूस होए, ठीक है, उन्हां दी किन्नी सेल होई, ठीक है, कंजम्पशन उन्हां दी किन्नी सेल होई। दैन पिछले साल विच किन्ने ACs या फैनस प्रोड्यूस होए सी, उन्हां दी किन्नी सेल होई सीगी, ठीक है। वो भी इस टाइम च ही होणगे ना, अप्रैल टू सितंबर च, ठीक है, पिछले साल भी तो इसे साल भी, ठीक है। सो की है 12 महीनों के गैप से सेम चीज़ स्टडी कर रहे हैं। दैन नैक्सट ये आ जाता राजू इंट्रस्ट रेट, ठीक है, जोड़े लोन्स वगैरह लैने होंगे है, क्रैडिट लैना होंगे वो इंट्रस्ट रेट आ गए, या फिर बैंक चार्जिस कोई होर तरह के आ गए, ठीक है। ये सारिया चीज़ां किहदे ते बेस्ड होंदियां, सीजनल वेरीएशन ते, ठीक है। नैक्सट देखो राजे इहदा यूज़ किहदे विच कीता जांदा। पहला तो हैगा परचेज ऑफ सीजनल गुड्स, ठीक है, कि सीजनल गुड्स नूं परचेज करन विच कि उन्हां दी प्रोडक्शन किन्नी कु करनी है, ठीक है, उन्हां दी फ्यूचर आपां कंजम्पशन देख सकते हैं किन्नी कोई होएगी, उहदे बेस ते परचेज कर लैंदे आ, ठीक है। इहदे विच दैन जे कोई सीजनल वेरीएशन दी चीज़ एक मिनट कहते जे कोई सीजनल वेरीएशन की चीज़ नहीं हैगी, ठीक है, सपोज कोई चीज़ है जी 12 महीने यूज़ होंगी है, ठीक है, तो वह सीजनल वेरीएशन का इंपैक्ट घटाने लई भी लोग उन्होंने सारे साल परचेज करन, ठीक है, उस पर्टिकुलर चीज़ से ज़्यादा इन्वैसट करना थ्रू एडवरटाइजमेंट। जिमें जिमें ड्यूरेबल गुड्स होंदी हैं, ठीक है, कार होगी, ठीक है, वह सीजन नाल कोई लेना देना नहीं गा, है ना, कि गर्मी है या सर्दी है, ठीक है, रेनी सीजन है या फॉल है, ठीक है, ਉਹਦੇ ਵਿੱਚ ਕੀ है लोग ਕਰਦੇ ਕਿਹੜੇ पर्पस ਲਈ ਲੈਂਦੇ ਆ, ट्रांसपोर्टेशन के पर्पस ਲਈ ਲੈਂਦੇ ਆ, ठीक है। सो मेजरली लोगों का ध्यान किहदे ਵੱਲ ਹੁੰਦਾ, सीजन ਵੱਲ, कि सीजन के बेस से जिहड़ी चीज़ है उन्होंने खरीदते हैं या उन्होंने तवज्जो दिंदे हैं, ठीक है, ਉਹਦੇ ते ज़्यादा कॉन्सनट्रेट करते हैं। सो जिहड़े ऑटोमोबाइल सैक्टर है वो की कर सकते हैं कि अपनी एडवरटाइजमेंट इनक्रीज़ कर सकते हैं भी उन्हां दी जिहड़ी गुड है जिहदा सीजनल वेरीएशन नाल कोई लेना देना नहीं गा, उहदी सेल वो की है थ्रू आउट द ईयर अच्छी रख सकन, ठीक है। इनू की कहते हैं टू न्यूट्रलाइज द सीजनल वेरीएशन, भी सीजनल जिहड़ी वेरीएशन है वह इंपैक्ट की कर देना, न्यूट्रल कर देना, ठीक है। नैक्सट देखो राजे टू रिड्यूस एक्टिविटी ऑफ सीजनल वेरीएशन इन नेचर सेज इन केस ऑफ मैन्युफैक्चरिंग, कि जिहड़े सीजनल वेरीएशन दियां नेचर दियां गुड्स ने उन्हां दी एक्टिविटीज़ नूं रिड्यूस करना, ठीक है। इत्थे भी उन्होंने सेम एग्जांपल दी हुई है मैन्युफैक्चरिंग गुड्स की। सेम सैकेंड वाला पॉइंट ही है, ठीक है, बस उन्होंने वर्ड्स डिफरेंट यूज़ किए हुए ने। चलो जो तुसी मेजरली जो 3 पॉइंट बनाने ने तो ये लिख सकते हो कि एक तो परचेज करना सीजन दियां गुड्स नूं, ठीक है, दूजा की है न्यूट्रलाइज करना सीजनल वेरीएशन नूं, तीजा की है
ਰਿਡਿਊਸ ਕਰਨਾ ਸੀਜ਼ਨਲ ਵੇਰੀਏਸ਼ਨ ਦੀ ਐਕਟੀਵਿਟੀਜ਼ ਨੂੰ। ਠੀਕ ਹੈ, ਇਹ ਤਿੰਨੋਂ ਕਿਹਦੇ ਬੇਸ 'ਤੇ ਕੀਤੇ ਜਾ ਸਕਦੇ ਆ, ਜਦੋਂ ਆਪਾਂ ਸੀਜ਼ਨ ਵੇਰੀਏਸ਼ਨ ਦਾ ਟਾਈਮ ਐਨਾਲਿਸਿਸ ਕਰਦੇ ਹਾਂ, ਸਟੱਡੀ ਕਰਦੇ ਹਾਂ ਵੀ ਹੁਣ ਕਿਹੜੀ ਚੀਜ਼ ਦੀ ਡਿਮਾਂਡ ਆਊਗੀ, ਕਿਹੜੀ ਚੀਜ਼ ਦੀ ਪ੍ਰੋਡਕਸ਼ਨ ਹੋਊਗੀ। ਠੀਕ ਹੈ, ਨੈਕਸਟ ਦੇਖੋ ਰਾਜੇ, ਇਹ ਜਿਹੜੇ ਸੀਜ਼ਨਲ ਵੇਰੀਏਸ਼ਨ ਨੇ, ਠੀਕ ਹੈ, ਇਹਨਾਂ ਦੇ ਕਾਜ਼ਿਸ ਕੀ ਕੀ ਨੇ। ਠੀਕ ਹੈ, ਮੇਜਰਲੀ ਦੇ 2 ਕਾਜ਼ ਮੰਨੇ ਜਾਂਦੇ ਆ ਰਾਜੇ, ਇੱਕ ਤਾਂ ਹੁੰਦਾ ਨੈਚੁਰਲ ਕਾਜ਼, ਠੀਕ ਹੈ, ਦੂਜਾ ਹੁੰਦਾ ਮੈਨ ਮੇਡ ਕਾਜ਼। ਨੈਚੁਰਲ ਕਾਜ਼ ਹੋ ਗਿਆ ਰਾਜੇ ਜਿਹੜਾ ਵੈਦਰ ਕੰਡੀਸ਼ਨਸ ਜਾਂ ਕਲਾਈਮੇਟ ਕੰਡੀਸ਼ਨ ਦੇ ਚੇਂਜ ਹੋਣ ਕਰਕੇ ਆਉਂਦਾ। ਠੀਕ ਹੈ, ਜਿਵੇਂ ਸਰਦੀ ਗਰਮੀ ਬਾਰਿਸ਼। ਠੀਕ ਹੈ, ਇਹ ਚੀਜ਼ਾਂ ਕੀ ਨੇ, ਵੈਦਰ ਨੇ। ਵੈਦਰ ਕੰਡੀਸ਼ਨ ਚੇਂਜ ਹੋਣ ਕਰਕੇ ਨੇ। ਠੀਕ ਹੈ, ਤਾਂ ਇਹਨਾਂ ਚੀਜ਼ਾਂ ਕਰਕੇ ਕੀ ਹੈ ਕਿ ਆਪਾਂ ਉਸ ਹਿਸਾਬ ਦੇ ਕੱਪੜੇ ਪਰਚੇਜ਼ ਕਰਦੇ ਹਾਂ ਜਾਂ ਖਾਣ ਪੀਣ ਦੀਆਂ ਆਦਤਾਂ ਚੇਂਜ ਕਰਦੇ ਹਾਂ। ਠੀਕ ਹੈ, ਗਰਮੀ 'ਚ ਕੀ ਹੈ ਠੰਡੀਆਂ ਚੀਜ਼ਾਂ ਖਾਈਆਂ ਜਾਂਦੀਆਂ, ਸਰਦੀ 'ਚ ਕੀ ਹੈ ਗਰਮ, ਹੈ ਨਾ। ਅਤੇ ਇਹ ਚੀਜ਼ਾਂ ਕਿਹਦੇ ਬੇਸ 'ਤੇ ਹੋ ਗਈਆਂ, ਨੈਚੁਰਲ ਫੈਕਟਰ 'ਤੇ, ਕਿ ਨੇਚਰ ਦੇ ਬੇਸ 'ਤੇ ਹੋ ਗਈਆਂ। ਠੀਕ ਹੈ, ਪ੍ਰੋਡਕਸ਼ਨ ਵੀ ਡਿਫਰੈਂਟ ਚੀਜ਼ਾਂ ਦੀ ਹੋਊਗੀ, ਕੰਜ਼ੰਪਸ਼ਨ ਵੀ ਡਿਫਰੈਂਟ ਚੀਜ਼ਾਂ ਦੀ ਹੋਊਗੀ। ਠੀਕ ਹੈ, ਪ੍ਰੈਫਰੈਂਸ ਵੀ ਲੋਕ ਕਿਹਨੂੰ ਦੇਣਗੇ, ਡਿਫਰੈਂਟ ਚੀਜ਼ਾਂ ਨੂੰ ਦੇਣਗੇ। ਨਾਰਮਲੀ ਜਿਹੜੀਆਂ ਠੰਡੀਆਂ ਚੀਜ਼ਾਂ ਦੀ ਡਿਮਾਂਡ ਹੁੰਦੀ ਆ ਉਹ ਕਦੋਂ ਜ਼ਿਆਦਾ ਹੁੰਦੀ ਹੈ, ਗਰਮੀਆਂ 'ਚ ਜ਼ਿਆਦਾ ਹੁੰਦੀ ਹੈ ਨਾ। ਠੀਕ ਹੈ, ਉਹਨੂੰ ਕੀ ਕਹਿੰਦੇ ਹੁੰਦਾ, ਪ੍ਰੈਫਰੈਂਸ ਦੇਣੀ। ਦੈਨ ਦੇਖੋ ਰਾਜੇ ਮੈਨ ਮੇਡ ਚੇਂਜਿਸ। ਮੈਨ ਮੇਡ ਚੇਂਜਿਸ 'ਚ ਆ ਜਾਂਦਾ ਰਾਜੇ ਸਪੋਜ਼ ਪਰਸਨ ਦੀਆਂ ਹੈਬਿਟਸ, ਕਸਟਮਸ। ਠੀਕ ਹੈ, ਕੋਈ ਫੈਸਟੀਵਲ ਆ ਗਿਆ, ਇਹ ਸਾਰੀਆਂ ਚੀਜ਼ਾਂ ਨੂੰ ਕਿਹਦੇ ਨਾਲ ਲਿੰਕ ਕੀਤਾ ਜਾਂਦਾ, ਮੈਨ ਮੇਡ ਚੇਂਜਿਸ ਨਾਲ। ਜਿਵੇਂ ਇੰਡੀਆ ਵਿੱਚ ਜਿਹੜੇ ਮੈਰਿਜਿਸ ਹੁੰਦੀਆਂ ਨੇ, ਠੀਕ ਹੈ, ਉਹ ਮੇਜਰਲੀ ਕਦੋਂ ਹੁੰਦੀਆਂ ਨੇ, ਜਨਵਰੀ ਟੂ ਫਰਵਰੀ ਜਾਂ ਅਕਤੂਬਰ ਟੂ ਨਵੰਬਰ। ਠੀਕ ਹੈ, ਉਹ ਕਿਹੜਾ ਸੀਜ਼ਨ ਮੰਨਿਆ ਜਾਂਦਾ, ਮੈਰਿਜ ਸੀਜ਼ਨ ਮੰਨਿਆ ਜਾਂਦਾ। ਠੀਕ ਹੈ, ਉਹਦੇ ਵਿੱਚ ਲੋਕਾਂ ਦੀ ਜਿਹੜੀ ਗੋਲਡ ਦੀ ਕੰਜ਼ੰਪਸ਼ਨ ਹੈ, ਕੱਪੜੇ ਦੀ ਕੰਜ਼ੰਪਸ਼ਨ ਹੈ ਨਾ, ਉਹ ਸਾਰੀਆਂ ਇਨਕਰੀਜ਼ ਹੋ ਜਾਂਦੀਆਂ। ਠੀਕ ਹੈ, ਸੇਮ ਵੇ ਦੀਵਾਲੀ 'ਤੇ ਲੋਕ ਜ਼ਿਆਦਾ ਪਰਚੇਜ਼ ਕਰਦੇ ਆ, ਹੈ ਨਾ। ਜਦੋਂ ਦੀਵਾਲੀ ਦਾ ਫੈਸਟੀਵਲ ਆਉਂਦਾ ਉਦੋਂ ਵੀ ਲੋਕਾਂ ਦੀ ਕੰਜ਼ੰਪਸ਼ਨ ਵੱਧ ਜਾਂਦੀ ਹੈ। ਠੀਕ ਹੈ, ਲੋਕ ਮਿਠਾਈਆਂ 'ਚ ਜ਼ਿਆਦਾ ਇਨਵੈਸਟ ਕਰਦੇ ਆ, ਜ਼ਿਆਦਾ ਖਰੀਦਦੇ ਆ ਨੋਰਮਲ ਨਾਲੋਂ। ਉਹ ਕੀ ਹੈ, ਇੱਕ ਮੈਨ ਮੇਡ ਵੇਰੀਏਸ਼ਨ ਹੈ ਜਾਂ ਮੈਨ ਮੇਡ ਕਨਵੈਂਸ਼ਨ ਕਹਿ ਲਓ ਜਾਂ ਮੈਨ ਮੇਡ ਫੈਕਟਰ ਕਹਿ ਲਓ। ਠੀਕ ਹੈ, ਜਿਹੜੀ ਸੀਜ਼ਨਲ ਵੇਰੀਏਸ਼ਨ ਹੈ ਰਾਜੇ ਉਹ ਬਿਜ਼ਨਸਮੈਨ, ਪ੍ਰੋਡਿਊਸਰ ਅਤੇ ਸੇਲ ਮੈਨੇਜਰ, ਠੀਕ ਹੈ, ਇਹਨਾਂ ਤਿੰਨਾਂ ਕੈਟਾਗਰੀਜ਼ ਲਈ ਬਹੁਤ ਇੰਪੋਰਟੈਂਟ ਰੱਖਦੀ ਹੈ। ਕਾਹਦੇ ਲਈ, ਪੋਲਿਸੀਜ਼ ਪਲਾਨ ਕਰਨ ਲਈ। ਠੀਕ ਹੈ, ਕਾਹਦੇ ਰਿਗਾਰਡਿੰਗ, ਪਰਚੇਜ਼, ਪ੍ਰੋਡਕਸ਼ਨ, ਸੇਲ ਐਂਡ ਐਡਵਰਟਾਈਜ਼ਮੈਂਟ। ਠੀਕ ਹੈ, ਜੇ ਇਹਨਾਂ ਨੇ ਗਲਤ ਤਰੀਕੇ ਨਾਲ ਪ੍ਰੈਡਿਕਟ ਕਰਦੇ ਆ ਤਾਂ ਉਹਦਾ ਕੀ ਹੈ, ਚਾਂਸ ਹੁੰਦੇ ਆ ਕਿ ਬਿਜ਼ਨਸ ਨੂੰ ਕਾਫੀ ਵੱਡਾ ਲਾਸ ਹੋਵੇ। ਠੀਕ ਹੈ, ਅੱਜ ਇਹੀ ਕਰਦੇ ਹਾਂ, ਕੱਲ੍ਹ ਨੂੰ ਆਪਾਂ ਕੀ ਕਰ ਲਾਂਗੇ, ਦੂਜੇ ਟੌਪਿਕਸ ਕਰ ਲਾਂਗੇ। ਈਜ਼ੀ ਨੇ ਟੌਪਿਕ ਤਾਂ ਪੜ੍ਹ ਲਿਓ ਰਾਜੇ, ਤੁਹਾਨੂੰ ਆਈਡੀਆ ਹੋ ਜਾਊਗਾ। ਠੀਕ ਹੈ, ਇੱਦਾਂ ਕੋਈ ਔਖਾ ਨਹੀਂ ਗਾ ਇਹ। ਜੇ ਕੋਈ ਪ੍ਰੋਬਲਮ ਹੋਈ ਜਾਂ ਤੁਹਾਨੂੰ ਐਂ ਲੱਗਦਾ ਵੀ ਨਹੀਂ ਪਤਾ ਲੱਗਾ ਤਾਂ ਮੈਨੂੰ ਪੁੱਛ ਲਿਓ। ਠੀਕ ਹੈ, ਆਈ ਐਕਸਪਲੇਨ ਅਗੇਨ। ਓਕੇ।